ਅਸੀਂ ਸਾਹਿਤਕ ਸੱਤ ਘੋਲੀਆ ਕਲਾਂ ਵੱਲੋਂ ਜਾਰੀ ਜੋ ਇੱਕ ਲੜੀ ਹੈ ਉਸ ਦਾ ਦੂਸਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹਾਂਗਾ ਸਾਡੇ ਮਹਾਨ ਕਵਿਸ਼ਰ ਸਾਡੇ ਪਿੰਡ ਦੇ ਗੁਰਮੇਲ ਘੋਲੀਆ ਜੀ ਨੂੰ ਕਿ ਉਹ ਮੰਚ ਤੇ ਆਉਣ ਔਰ ਆਪਣੀ ਰਚਨਾ ਜਿਹੜੀ ਹੈਗੀ ਆ ਉਹ ਸਾਡੇ ਨਾਲ ਸਾਂਝੀ ਕਰਨ। ਗੁਰਮੇਲ ਘੋਲੀਆ ਜੀ। ਪਹਿਲਾਂ ਮੈਂ ਸ਼ੇਰ अर्ज कर दिया कि वो कौन जगत रहो बर बाद हो दे जिस कौम उत्ते झखड़ झुल जावे झंडी खट जावे फिटलान तांदी ते लीडर जिन्ना दा चुकिया मुल जावे हो घोड़ा लड़े पौड़े बेईमानियां दा ते गल खुलदी खुल जावे धरती घोड़िया स्वर्ग समान हो जाए ते जिथे खून शहीदां दा डुल जावे। एक मां मंगदी इंसाफ कचहरियां दे विच रो हारायो ओ विच पंजाब दे ओ नची सानू मौत नहीं भुलदी ओह बुढ़ड़े मापे कर गई जेड़ी ओह मौत नहीं भुलदी ओह अखों सामने पुत्र जिसदा हारायो ओह अखों सामने ओह पुत्र जिसदा ओह एक मां मंगदी साफ कचहरियां दे विच रो के हो मेरा पुत चक लिया हो घर नूं घेरा पा के ओ कहंदे दस दे किथे ने जो ओह गए रोटियां खा के ओ जे कुछ पता होवे तां दसे थानेदार रात शाम नूं हसे ओह कहंदा दाड़ियां हमारे सारे हारायो हमारे सारे एक मां मंगदी साफ कचहरियां दे विच रो के ओ सादा वर्गा ओ पुत्र सी मेरा ते अपवादिया के ओ जालमा में हथ ओ बनने पिछे ओ मेरी कुनी लेके मैं पैरों ते करदा हो डोडे कोहक में छडावा ओ मेरी पेश कोई ना चली हारायो मेरी पेश कोई ना चली ले गए हाथों खो खो के एक मां मंगदी इंसाफ कचहरियां दे विच रो के ओ तीजे दिन एक वार
ਕਚਹਿਰੀਆਂ ਦੇ ਵਿੱਚ ਰੋ ਰੋ ਕੇ ਇੱਕ ਮਾਂ ਮੰਗਦੀ ਹਾੜਾਇਓ ਇਸ ਤੋਂ ਬਾਅਦ ਮੈਂ ਮੰਚ ਤੇ ਸੱਦਾ ਦੇਣ ਜਾ ਰਿਹਾ ਅਮਰੀਕਾ ਵਾਸਤੇ, ਪਰ ਘੋਲੀਏ ਦੀ ਇਸ ਮਿੱਟੀ ਵਿੱਚ ਜਨਮੇ ਤੇ ਜਵਾਨ ਹੋਏ ਸੁਰਜੀਤ ਘੋਲੀਆ ਜੀ ਨੂੰ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨ। ਸੁਰਜੀਤ ਘੋਲੀਆ ਜੀ। ਮੇਰੇ ਪਿਆਰੇ ਦੋਸਤੋ, ਮੇਰੇ ਪਿੰਡ ਦੇ ਵਾਸੀਓ ਤੇ ਗੁਆਂਢੀ ਪਿੰਡ ਤੋਂ ਆਏ ਪਿਆਰੇ ਦੋਸਤੋ, ਬਾਹਰ ਸਾਨੂੰ ਪਿੰਡ ਦਾ ਦਰੇਵਾ ਜਿਹੜਾ ਰਹਿੰਦਾ ਵੀ ਅਸੀਂ ਘੋਲੀਆ ਕਰਦੇ, ਆਪ ਹੀ ਘੋਲੀਆ ਹੋ ਗਏ। ਬਸ ਉਹ ਜਿਹੜੀ ਤਾਂਘ ਹੈ ਉਹ ਕਿਤੇ ਕਿਤੇ ਸ਼ਬਦਾਂ 'ਚ ਉਤਾਰ ਲਈਦਾ। ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਵੀ ਤੂੰ ਹੀ ਸ਼ਬਦ ਤੇ ਕਲਮ ਦਿੱਤੀ, ਤਾਂ ਹੀ ਲਿਖਣੋਂ ਕਦੇ ਨਹੀਂ ਥੱਕਦਾ ਮੈਂ। ਕੁਝ ਚੰਗੇ ਸੱਚੇ ਬੋਲ ਵੀ ਬਖਸ਼ ਰੱਬਾ, ਬਸ ਬੋਲਣ ਤੋਂ ਜਰਾ ਕੁ ਜੱਕਦਾ ਮੈਂ। ਸੱਚ ਬੋਲਣ ਤੇ ਸੁਣਨ ਦੀ ਹਿੰਮਤ ਦੇ, ਸਾਈਆਂ ਨਾਮ ਤੇਰਾ ਹੀ ਜਪਦਾ ਮੈਂ। ਮੇਰੇ ਮਨ ਦੀ ਮੈਲ ਵੀ ਧੋ ਦੇ ਤੂੰ, ਸਿਰ ਤੇਰੇ ਚਰਨਾਂ ਵਿੱਚ ਰੱਖਦਾ ਮੈਂ। ਘੋਲੀਏ ਨੂੰ ਹਿੰਮਤ ਤੇ ਬਲ ਵੀ ਦੇ, ਬਿਨ ਤੇਰੇ ਕੁਝ ਵੀ ਨਹੀਂ ਕਰ ਸਕਦਾ। ਤੇ ਆ ਮੇਰੀ ਕਵਿਤਾ ਜਿਹੜੀ ਛੋਟੀ ਜੀ ਉਹ ਹੈ, ਸੱਚ ਦਾ ਮਾਰਗ ਹੈ, ਲਿਖਿਆ ਉਹਦੇ ਤੇ। ਦੁਨੀਆ ਤਾਂ ਖੂਹ ਤੋਂ ਬਾਹਰ ਵੀ ਹੈ, ਖੂਹ ਦਾ ਡੱਡੂ ਬਣ ਕੇ ਨਾ ਜਿਉਂ ਬੰਦਿਆ। ਤੇਰੇ ਅੰਦਰ ਹੈ ਜੋਤ ਉਸ ਸੱਚੇ ਦੀ, ਤੂੰ ਸਮਝੇ ਨਾ ਦੱਸ ਕਿਉਂ ਬੰਦੇ। ਤੈਨੂੰ ਸ਼ਕਤੀ ਹੈ ਰੱਬ ਅਸੀਮ ਦਿੱਤੀ, ਤੂੰ ਅੰਬਰਾਂ ਦੇ ਵਿੱਚ ਮਿਉਂ ਬੰਦਿਆ। ਮਤ ਆਪਣੀ ਕਰ ਲੈ ਹੋਰ ਉੱਚੀ, ਮਨੋਂ ਨੀਵੇਂ ਵੀ ਤੂੰ ਨਿਉਂ ਬੰਦਿਆ। ਜੁਗ ਬੀਤੇ ਤੂੰ ਵੀ ਬਦਲ ਜਰਾ, ਅੱਜ ਤੱਕ ਜਿਉਂਦਾ ਤਿਉਂ ਬੰਦੇ। ਲੱਖ ਜਪ ਤਪ ਤੀਰਥ ਇਸ਼ਨਾਨ ਕਰੇ, ਕਦੇ ਮਨ ਵੀ ਆਪਣਾ ਭਿਉਂ ਬੰਦਿਆ। ਘੋਲੀਆ ਇਹੀ ਮਾਰਗ ਸੱਚ ਧਰਮ ਦਾ ਹੈ, ਜਿਉਂ ਸਕਦਾ ਤਾਂ ਇਉਂ ਜਿਉਂ ਬੰਦਿਆ। ਸਭ ਤੋਂ ਪਹਿਲਾਂ ਮੈਂ ਅੱਜ ਦੀ ਇਸ ਸਟੇਜ ਵੱਲੋਂ ਇਹਨਾਂ ਦੇ ਇੱਥੇ ਪਹੁੰਚਣ ਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਅੱਜ ਦੀ ਸਟੇਜ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ। ਸਾਥੀ ਅਮਰਜੀਤ ਘੋਲੀਆ ਤੇ ਸਾਥੀ ਅਮਰ ਘੋਲੀਆ, ਭਾਵੇਂ ਕਿ ਨਾਂ ਦੋਨਾਂ ਦੇ ਇੱਕ ਹੀ ਹੈ, ਪਰ ਫਿਰ ਵੀ ਸਾਹਿਤ ਨੂੰ ਜਿਹੜੀ ਇਹਨਾਂ ਦੀ ਦੇਣ ਹੈਗੀ ਹੈ ਉਹ ਸਾਹਿਤ ਦੇ ਖੇਤਰ ਦੇ ਵਿੱਚ ਵਡਮੁੱਲੀ ਹੈ। ਇਹਨਾਂ ਨੇ ਉਪਰਾਲਾ ਕੀਤਾ ਸਾਥੀ ਅਮਰਜੀਤ ਅਮਰ ਨੇ ਪਿੰਡ ਘੋਲੀਆ ਕਲਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ, ਭਾਵੇਂ ਕਿ ਸਾਰੇ ਜਾਣਦੇ ਹੈ ਕਿ ਘੋਲੀਆ ਕਲਾਂ ਅੱਜ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਹਰ ਖੇਤਰ ਦੇ ਵਿੱਚ ਕੋਈ ਵੀ ਖੇਤਰ ਹੋਵੇ ਤਾਂ ਉੱਥੇ ਜਿਹੜੀ ਪਿੰਡ ਘੋਲੀਆ ਕਲਾਂ ਦੀ ਹਾਜ਼ਰੀ ਹੈ ਉਹ ਜ਼ਰੂਰ ਹੁੰਦੀ ਹੈ। ਤਾਂ ਇਸੇ ਲੜੀ ਦੇ ਤਹਿਤ ਜਿਵੇਂ ਕਿ ਵਤਨਾਂ ਦੀ ਧਰਤੀ ਤੇ ਬੈਠੇ ਸਾਥੀ, ਮੈਂ ਮੰਚ ਤੋਂ ਸੱਦਾ ਦੇਵਾਂ ਵੀਰ ਬੂਟਾ ਭਾਈ ਰੂਪਾ ਜੀ ਨੂੰ, ਜਿਹੜੇ ਕਿ ਇਸ ਪਿੰਡ ਦੇ ਜੰਮਪਲ ਹੈ ਤੇ ਉਹ ਆਪਣੀ ਕੋਈ ਰਚਨਾ ਲੈ ਕੇ ਸਾਡੇ ਸਾਹਮਣੇ ਪੇਸ਼ ਹੋਣਗੇ। ਸੱਦਾ ਹੈ। ਪਰਮ ਸਤਿਕਾਰਯੋਗ, ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਮੇਰੇ ਪਿਤਾ ਸਮਾਨ ਬਜ਼ੁਰਗ, ਮੇਰੇ ਹਾਣੀ ਭਰਾ, ਮੇਰੀਆਂ ਭੈਣਾਂ, ਜੋ ਵੀ ਇੱਥੇ ਮੰਚ ਤੇ ਬਿਰਾਜਮਾਨ ਸਾਰੇ ਸਾਹਿਤਕਾਰ ਵੀਰਾਂ ਨੂੰ ਮੇਰੇ ਵੱਲੋਂ ਬੂਟਾ ਭਾਈ ਰੂਪਾ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਾਡੇ ਦੇਸ਼ ਵਿਦੇਸ਼ ਵਿੱਚ ਬੈਠੇ ਗੀਤਕਾਰ ਸਾਹਿਤਕਾਰ ਮੇਰੇ ਵੀਰ ਜਰਨੈਲ ਘੋਲੀਆ ਜੀ, ਜਿਨ੍ਹਾਂ ਦੇ ਉਦਮ ਨਾਲ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਸਾਰੇ ਸਾਹਿਤਕਾਰਾਂ ਨੂੰ, ਗੀਤਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਦਾ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਸਾਡੇ ਬਹੁਤ ਹੀ ਪ੍ਰਫੁੱਲਤ ਜਿਨ੍ਹਾਂ ਨੇ ਘੋਲੀਏ ਕਲਾਂ ਦਾ ਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕਾਇਆ,
ਮੇਰੇ ਵੀਰ ਅਮਰਜੀਤ ਘੋਲੀਆ ਜੀ, ਅਮਰਦੀਪ ਗਿੱਲ ਜੀ, ਦੀਪਾ ਘੋਲੀਆ ਜੀ, ਹੋਰ ਸਾਰੇ ਜਿਨ੍ਹਾਂ ਨੇ ਯੋਗਦਾਨ ਪਾਇਆ ਕਲਾ ਦੇ ਖੇਤਰ ਦੇ ਵਿੱਚ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਤੇ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਆਪਣੇ ਜਿੱਥੇ ਮੇਰਾ ਜਨਮ ਹੋਇਆ ਪਿੰਡ ਘੋਲੀਆ ਕਲਾਂ ਦੇ ਵਿੱਚ, ਭਾਵੇਂ ਮੈਂ ਭਾਈ ਰੂਪਾ ਰਹਿ ਰਿਹਾ, ਬੂਟਾ ਭਾਈ ਰੂਪਾ ਦੇ ਨਾਂ ਨਾਲ ਮਸ਼ਹੂਰ ਹੋਇਆ, ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਪਰ ਪਿੰਡ ਘੋਲੀਆ ਕਲਾਂ ਦੇ ਬਚਪਨ ਗੁਜ਼ਰਿਆ ਉਹ ਯਾਦਾਂ ਮੇਰੇ ਜ਼ਿਹਨ 'ਚੋਂ ਕਦੇ ਵੀ ਦੂਰ ਨਹੀਂ ਜਾਂਦੀਆਂ। ਹਰ ਪਲ ਮੈਨੂੰ ਆਪਣੇ ਪਿੰਡ ਦੀ ਘੋਲੀਆ ਦੀ ਯਾਦ ਆਉਂਦੀ ਹੈ। ਜਦੋਂ ਵੀ ਪਿੰਡ ਘੋਲੀਆ ਕਲਾਂ ਦਾ ਕਿਤੇ ਜ਼ਿਕਰ ਹੁੰਦਾ ਤਾਂ ਮੈਨੂੰ ਆਪਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਲਿਖਿਆ ਪੈਸਾ ਨਵਾਂ ਗੀਤ ਕਹਿ ਲਓ ਉਹ ਤੁਹਾਡੇ ਰੂਬਰੂ ਕਰਨ ਲੱਗਿਆ। ਉਮੀਦ ਹੈ ਪਿਆਰ ਸਤਿਕਾਰ ਬਖਸ਼ੋ। ਉਸ ਦਾਤੇ ਕੋਲੋਂ ਡਰਿਆ ਕਰ, ਬਹੁਤੀ ਨਾ ਸ਼ੂਫੈ ਕਰਿਆ ਕਰ। ਉਸ ਦਾਤੇ ਕੋਲੋਂ ਡਰਿਆ ਕਰ, ਬਹੁਤੀ ਨਾ ਸ਼ੂਫੈ ਕਰਿਆ ਕਰ। ਤੂੰ ਖੁੱਲਾ ਖਾਇਆ ਪੀਆ ਕਰ ਤੇ ਮौज ਮਸਤੀਆਂ ਕਰਿਆ ਕਰ। ਤੂੰ ਖੁੱਲਾ ਖਾਇਆ ਪੀਆ ਕਰ ਤੇ मौज ਮਸਤੀਆਂ ਕਰਿਆ ਕਰ। ਪਰ ਦੁਨੀਆ ਕੀੜੇ ਮਕੌੜੇ ਕਿਉਂ ਦੱਸ ਤੇਰੇ ਭਾ ਦੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਅੱਜ ਤੇਰਾ ਕੱਲ ਮੇਰਾ ਹੋ ਜੇ, ਚਾਨਣ ਜਿੱਥੇ ਹਨੇਰਾ ਹੋ ਜੇ। ਅੱਜ ਤੇਰਾ ਕੱਲ ਮੇਰਾ ਹੋ ਜੇ, ਚਾਨਣ ਜਿੱਥੇ ਹਨੇਰਾ ਹੋ ਜੇ। ਕੁੱਲੀ ਵਾਸਦਾ ਮਹਿਲਾਂ ਦੇ ਵਿੱਚ ਖੌਰੇ ਕਦੋਂ ਵਸੇਰਾ ਹੋ ਜੇ। ਐਦੋਂ ਵੱਧ ਕੇ ਕੱਖ ਨਹੀਂ ਵੇ ਸਾਰੀ ਤਿਲਕਣ ਬਾਜੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਕਦੇ ਨਾ ਭੁੱਲੀਏ ਯਾਰ ਪੁਰਾਣੇ, ਆਪ ਨਾ ਬਣੀਏ ਬਹੁਤੇ ਸਿਆਣੇ। ਕਦੇ ਨਾ ਭੁੱਲੀਏ ਯਾਰ ਪੁਰਾਣੇ, ਆਪ ਨਾ ਬਣੀਏ ਬਹੁਤੇ ਸਿਆਣੇ। ਬੇਈਮਾਨੀ ਦਾ ਕਦੇ ਨਹੀਂ ਫਲਦਾ, ਇਹ ਗੱਲ ਸਾਰੀ ਦੁਨੀਆ ਜਾਣੇ। ਓਏ ਬੇਈਮਾਨੀ ਦਾ ਕਦੇ ਨਹੀਂ ਫਲਦਾ, ਇਹ ਗੱਲ ਸਾਰੀ ਦੁਨੀਆ ਜਾਣੇ। ਉਹ ਸਭ ਦੇ ਦਿਲਾਂ ਦੀ ਜਾਣੇ ਜਿਹਨੇ ਦੁਨੀਆ ਸਾਜੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਓਏ ਪੈਸਾ ਆਕੜ ਕਾਦੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਡਿੱਗੇ ਪੈ ਨੂੰ ਚੁੱਕ ਗਲ ਲਾਈਏ, ਰਾਹ ਚੋਂ ਰੋੜਾ ਪਰੇ ਹਟਾਈਏ। ਡਿੱਗੇ ਪੈ ਨੂੰ ਚੁੱਕ ਗਲ ਲਾਈਏ, ਰਾਹ ਚੋਂ ਰੋੜਾ ਪਰੇ ਹਟਾਈਏ। ਕਿਸੇ ਗਰੀਬ ਨੂੰ ਧੱਕਾ ਦੇ ਕੇ ਐਵੇਂ ਫੋਕਾ ਰੋਬ ਨਾ ਪਾਈਏ। ਕਿਸੇ ਗਰੀਬ ਨੂੰ ਧੱਕਾ ਦੇ ਕੇ ਐਵੇਂ ਫੋਕਾ ਰੋਬ ਨਾ ਪਾਈਏ। ਬੂਟੇ ਮੋਜਾਂ ਕਰਦੇ ਜੋਦਾ ਤੇ ਰੰਗ ਰਾਜੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਪੈਸਾ ਆਕੜ ਕਾਦੀਆ। ਬੰਦਿਆ ਬਿਨਾ ਖੰਭਾਂ ਤੋਂ ਉੱਡਦਾ ਓਏ ਪੈਸਾ ਆਕੜ ਕਾਦੀਆ। ਓਏ ਪੈਸਾ ਆਕੜ ਕਾਦੀਆ। ਓਏ ਪੈਸਾ ਆਕੜ ਕਾਦੀਆ। ਬਹੁਤ ਧੰਨਵਾਦ ਵੱਡੇ ਵੀਰ ਬੂਟਾ ਭਾਈ ਰੂਪਾ ਦਾ, ਜਿਨ੍ਹਾਂ ਨੇ ਪੈਸਾ ਗੀਤ ਸਾਡੇ ਨਾਲ ਸਾਂਝਾ ਕੀਤਾ। ਪੈਸਾ ਆਕੜ ਕਾਦੀ ਹੈ। ਭਾਵੇਂ ਕਿ ਅੱਜ ਅਸੀਂ ਸਾਰੇ ਪੂੰਜੀਵਾਦੀ ਦੌਰ ਦੇ ਵਿੱਚ ਰਹਿ ਰਹੇ ਹਾਂ, ਪੈਸਾ ਮਨੁੱਖ ਦੀ ਪਹਿਲੀ ਲੋੜ ਬਣ ਗਿਆ। ਪਰ ਇਹ ਗੱਲ ਵੀ ਸਾਨੂੰ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਮਨੁੱਖ ਵੀ ਕੋਈ ਚੀਜ਼ ਹੈ। ਜਿਵੇਂ ਬੰਦਾ ਬੰਦੇ ਦੀ ਦਾਰੂ ਹੁੰਦਾ ਹੈ, ਸਾਨੂੰ ਇਹ ਗੱਲ ਵੀ ਨਾਲ ਦੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਸਾਨੂੰ ਸਾਡੇ ਵਿੱਚੋਂ ਜਾਂ ਸਾਨੂੰ ਆਪਣੇ ਵਿੱਚੋਂ ਜਿਹੜੀ ਮਨੁੱਖਤਾ ਹੈ ਉਹ ਮਨਫੀ ਨਹੀਂ ਕਰਨੀ ਚਾਹੀਦੀ, ਉਹ ਮਾਰਨੀ ਨਹੀਂ ਚਾਹੀਦੀ। ਇਹਨਾਂ ਦਾ ਇੱਕ ਵਾਰੀ ਫੇਰ ਸਟੇਜ ਵੱਲੋਂ ਧੰਨਵਾਦ। ਹੁਣ ਮੈਂ ਇਹਨਾਂ ਨੌਜਵਾਨਾਂ ਨੇ ਇਸ ਸੱਥ ਨੂੰ ਬਹੁਤ ਉੱਚਾ ਲੈ ਕੇ ਜਾਣਾ ਹੈ। ਪਰਮਾਤਮਾ ਕਰੇ ਇਹ ਸੱਥ, ਸਾਡੇ ਵੀਰ ਅਮਰਜੀਤ ਨੇ ਦੱਸਿਆ ਵੀ ਆਪਾਂ ਆਏ ਸਨਿਚਰਵਾਰ ਕਰਨੀ ਹੈ।
ਸਾਹਿਤਕ ਸਾਥ ਜੋ ਆਪਾਂ ਇਹਨੂੰ ਅੱਗੇ ਲਿਜਾਣਾ ਹੈ। ਮੈਂ ਆਪਣੇ ਵੱਲੋਂ ਵੀਰ ਅਮਰਜੀਤ, ਪ੍ਰਦੀਪ, ਸੁਖਵਿੰਦਰ, ਬਾਈ ਜਰਨੈਲ ਸਾਰਿਆਂ ਦਾ ਧੰਨਵਾਦ ਵੀ ਆਪਾਂ ਨੌਜਵਾਨਾਂ ਨੂੰ ਬਹੁਤ ਕਲਾ, ਵੀਰ ਜੀ ਦੱਸਿਆ ਅਮਰਜੀਤ ਨੇ ਵੀ ਬਹੁਤ ਨੌਜਵਾਨ ਵੀਰ ਹੈ ਜੋ ਬਹੁਤ ਵਧੀਆ ਲਿਖਦੇ ਨੇ, ਉਹਨਾਂ ਨੂੰ ਜ਼ਰੀਆ ਮੌਕਾ ਇੱਥੋਂ ਨਿੱਕੇ ਸਟੇਜ ਤੋਂ ਵੱਡਾ ਮਿਲਦਾ ਹੈ। ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ। ਲੋ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਵੀ ਅੱਜ ਕੱਲ੍ਹ ਧੀਆਂ ਨਾਲ ਕੀ ਵਾਪਰ ਰਿਹਾ ਹੈ। ਧੀਆਂ ਜੋ ਮਾਪੇ ਆ ਧੀਆਂ ਨੂੰ ਕੁੱਖ ਕਤਲ ਕਰਾਉਂਦੇ ਨੇ, ਧੀਆਂ ਮੁੰਡਿਆਂ ਦੇ ਬਰਾਬਰ ਨੇ। ਕੋਸ਼ਿਸ਼ ਕੀਤੀ ਹੈ, ਮੈਨੂੰ ਆਸ ਹੈ ਤੁਹਾਨੂੰ ਜ਼ਰੂਰ। ਪਹਿਲੀ ਗੱਲ ਤਾਂ ਕੁੱਖ ਵਿੱਚ ਕਤਲ ਕਰਾਹੀ ਦਿੰਦੇ ਨੇ। ਪਹਿਲੀ ਗੱਲ ਤਾਂ ਕੁੱਖ ਵਿੱਚ ਕਤਲ ਕਰਾਹੀ ਦਿੰਦੇ ਨੇ। ਜੇ ਕੋਈ ਬਚ ਜੇ ਜਿਉਂਦੀ ਮਾਰ ਮੁਕਾਹੀ ਦਿੰਦੇ ਨੇ। ਜੇ ਕੋਈ ਬਚ ਜੇ ਜਿਉਂਦੀ ਮਾਰ ਮੁਕਾਹੀ ਦਿੰਦੇ ਨੇ। ਮੁੰਡਿਆਂ ਵਾਂਗ ਨਾ ਸਮਝਣ ਟੁਕੜਾ ਓਏ ਦਿਲ ਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਓਏ ਮਿਲਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਜਬਰ ਜਨਾਹ ਦੀ ਭੇਟ ਚੜ ਗਈਆਂ ਕਈ ਮਾਸੂਮਾਂ ਨੇ। ਕੰਧਾਂ ਰੋਈਆਂ ਤਰਸ ਨਾ ਕੀਤਾ ਕਿਉਂ ਮਜ਼ਲੂਮਾਂ ਨੇ। ਕੰਧਾਂ ਰੋਈਆਂ ਤਰਸ ਨਾ ਕੀਤਾ ਕਿਉਂ ਮਜ਼ਲੂਮਾਂ ਨੇ। ਚੌਂਕ ਚ ਬਰਸ ਕਿਉਂ ਨਹੀਂ ਲੱਗਦੀ ਓਏ ਦੋਸ਼ੀ ਜੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਓਏ ਮਿਲਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਘਰ ਵਿੱਚ ਪੁੱਤ ਜਨਮੇ ਦੀਆਂ ਖੁਸ਼ੀਆਂ ਖੂਬ ਮਨਾਉਂਦੇ ਹੋ। ਧੀ ਜਨਮੀ ਤੋਂ ਕਿਹੜੀ ਗੱਲ ਤੋਂ ਮੂੰਹ ਲਟਕਾਉਂਦੇ ਹੋ। ਧੀ ਜਨਮੀ ਤੋਂ ਕਿਹੜੀ ਗੱਲ ਤੋਂ ਮੂੰਹ ਲਟਕਾਉਂਦੇ ਹੋ। ਕਿਉਂ ਨਹੀਂ ਤੁਹਾਡਾ ਵੇਖ ਕੇ ਹਿਰਦਾ ਖਿਲਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਓਏ ਮਿਲਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਪਹਿਲਾਂ ਵਾਲੀਆਂ ਰੀਤਾਂ ਗੱਲਾਂ ਮਨੋਂ ਵਿਸਾਰ ਲਵੋ। ਪੁੱਤਰਾਂ ਨਾਲੋਂ ਘੱਟ ਨਹੀਂ ਧੀਆਂ ਝਾਤੀ ਮਾਰ ਲਵੋ। ਪੁੱਤਰਾਂ ਨਾਲੋਂ ਘੱਟ ਨਹੀਂ ਧੀਆਂ ਝਾਤੀ ਮਾਰ ਲਵੋ। ਧੀ ਵੀ ਅੱਗੇ ਖਾਨਦਾਨ ਦੀਆਂ ਤੋਰੇ ਲੀਹਾਂ ਨੂੰ। ਓਏ ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਹੱਸਣ ਖੇਡਣ ਪੜ੍ਹਨ ਲਿਖਣ ਕਿਉਂ ਮੌਜਾਂ ਕਰਨ ਦਿਓ। ਹੱਸਣ ਖੇਡਣ ਪੜ੍ਹਨ ਲਿਖਣ ਦਿਓ ਮੌਜਾਂ ਕਰਨ ਦਿਓ। ਦੀਪੇ ਖਾਈਏ ਖਸਮ ਕੇ ਧੀ ਕੋਈ ਨਾ ਮਰਨ ਦਿਓ। ਦੀਪੇ ਖਾਈਏ ਕਸਮ ਕੇ ਧੀ ਕੋਈ ਨਾ ਮਰਨ ਦਿਓ। ਕੱਲਾ ਕੱਲਾ ਗੱਲ ਸਮਝਾ ਦੋ ਜਾ ਕੇ ਵੀ ਸਾਨੂੰ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਇੱਥੇ ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ। ਮਿਹਰਬਾਨੀ। ਬਣਦਾ ਹੱਕ ਸਮਾਜ ਚ ਕਿਉਂ ਨਹੀਂ ਮਿਲਦਾ ਧੀਆਂ ਨੂੰ ਪੇਸ਼ ਕਰਕੇ ਗਏ ਹੈ ਵੀਰ ਦੀਪਾ ਘੋਲੀਆ ਜੀ। ਸਟੇਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮਾਜ ਦੇ ਵਿੱਚ ਪਈ ਇੱਕ ਸਮਾਜਿਕ ਬੁਰਾਈ ਦੇ ਉੱਤੇ ਬਹੁਤ ਖੂਬਸੂਰਤੀ ਨਾਲ ਉਂਗਲ ਰੱਖ ਕੇ ਗਏ ਹੈ। ਇਸ ਤੋਂ ਅੱਗੇ ਮੈਂ ਸਟੇਜ ਵੱਲੋਂ ਪੇਸ਼ ਕਰਾਂ ਸਾਡੇ ਪਿੰਡ ਦੇ ਤੇ ਬਾਘਾ ਪੁਰਾਣਾ ਵਿਖੇ ਰਹਿ ਰਹੇ ਕਰਮ ਸਿੰਘ ਜੀ ਕਰਮ। ਉਹ ਆਪਣੀ ਨਜ਼ਮ ਲੈ ਕੇ ਸਾਡੇ ਸਾਰਿਆਂ ਦੇ ਰੂਬਰੂ ਹੋਣਗੇ। ਮੇਰੇ ਪਿਆਰੇ ਸਾਥੀਓ, ਮੈਨੂੰ ਬਹੁਤ ਹੀ
ਖੁਸ਼ੀ ਹੋਈ ਹੈ। ਜਰਨੈਲ ਸਿੰਘ ਘੋਲੀਆ, ਅਮਰਜੀਤ ਸਿੰਘ ਘੋਲੀਆ, ਇਹਨਾਂ ਨੇ ਜੋ ਪ੍ਰੋਗਰਾਮ ਚਲਾਇਆ ਹੈ, ਮੈਨੂੰ ਬਹੁਤ ਹੀ ਲੱਗਿਆ। ਮੈਂ ਵੀ ਅੱਜ ਆਪਦੇ ਪਿੰਡ ਦੇ ਵਿੱਚ ਇੱਕ ਰਚਨਾ ਸੁਣਾਉਣ ਜਾ ਰਿਹਾ ਗਜ਼ਲ ਦੇ ਰੂਪ ਵਿੱਚ। ਅੰਨਿਆਂ ਦੇ ਸ਼ਹਿਰ ਅੰਦਰ ਦੀਪ ਜਗਾਵਾਂ ਕਿਸ ਤਰ੍ਹਾਂ, ਅੰਨਿਆਂ ਦੇ ਸ਼ਹਿਰ ਅੰਦਰ ਦੀਪ ਜਗਾਵਾਂ ਕਿਸ ਤਰ੍ਹਾਂ, ਰੋਸ਼ਨੀ ਦੇ ਰੰਗ ਦਾ ਅਹਿਸਾਸ ਕਰਾਵਾਂ ਕਿਸ ਤਰ੍ਹਾਂ। ਸਾਕੀ ਤੇਰੀ ਮਹਿਫਲ ਅੰਦਰ ਝਾਂਜਰ ਜੋ ਹੈ ਛਣਕਦੀ, ਸਾਕੀ ਤੇਰੀ ਮਹਿਫਲ ਅੰਦਰ ਝਾਂਜਰ ਜੋ ਹੈ ਛਣਕਦੀ, ਬਹਿਰਿਆਂ ਨੂੰ ਝਾਂਜਰ ਦਾ ਸੰਗੀਤ ਸੁਣਾਵਾਂ ਕਿਸ ਤਰ੍ਹਾਂ। ਉਹਨਾਂ ਦੀ ਤਾਂ ਜ਼ਿੰਦਗੀ ਹੀ ਕਾਲੀ ਬੋਲੀ ਰਾਤ ਹੈ, ਉਹਨਾਂ ਦੀ ਤਾਂ ਜ਼ਿੰਦਗੀ ਹੀ ਕਾਲੀ ਬੋਲੀ ਰਾਤ ਹੈ, ਸਜਰੀ ਕਿਸੇ ਸਵੇਰ ਦਾ ਹੱਥ ਫੜਾਵਾਂ ਕਿਸ ਤਰ੍ਹਾਂ। ਬਲੀ ਦਾਜ ਦੀ ਚੜ੍ਹ ਗਈ ਹੋਵੇ ਜਿਸ ਦੀ ਧੀ ਪਿਆਰੀ, ਬਲੀ ਦਾਜ ਦੀ ਚੜ੍ਹ ਗਈ ਹੋਵੇ ਜਿਸ ਦੀ ਧੀ ਪਿਆਰੀ, ਆਵੇਗਾ ਉਸ ਮਾਂ ਪਿਓ ਨੂੰ ਸਾਹ ਸਿਖਾਵਾਂ ਕਿਸ ਤਰ੍ਹਾਂ। ਬਹੁਤ ਅੱਛਾ ਜੀ, ਬਹੁਤ ਜੀ। ਮਹੀਵਾਲ ਨੂੰ ਪਈ ਪਕਾਰੇ ਡੁੱਬਣ ਲੱਗੀ ਸੋਹਣੀ, ਮਹੀਵਾਲ ਨੂੰ ਪਈ ਪਕਾਰੇ ਡੁੱਬਣ ਲੱਗੀ ਸੋਹਣੀ, ਘੜਾ ਬੋਲਿਆ ਦੋਸ਼ ਨਾ ਦੇਵੀਂ ਪਾਰ ਲੰਘਾਵਾਂ ਕਿਸ ਤਰ੍ਹਾਂ। ਇੱਕ ਹੋਰ ਖਿਆਲ ਹੈ, ਕੱਲ ਮੈਂ ਉਹਦੀ ਕਬਰ ਵੇਖ ਕੇ ਹੋ ਗਿਆ ਪਾਣੀ ਪਾਣੀ, ਕੱਲ ਮੈਂ ਉਸਦੀ ਕਬਰ ਵੇਖ ਕੇ ਹੋ ਗਿਆ ਪਾਣੀ ਪਾਣੀ, ਗਿਲੇ ਸ਼ਿਕਵੇ ਭੁੱਲ ਗਏ ਸਾਰੇ ਗਲੇ ਲਗਾਵਾਂ ਕਿਸ ਤਰ੍ਹਾਂ। ਰੱਬੀ ਕਹਿਰ ਜਦੋਂ ਵੀ ਆਉਂਦਾ ਮਾਰੇ ਜਾਂਦੇ ਲੋਕ, ਰੱਬੀ ਕਹਿਰ ਜਦੋਂ ਵੀ ਆਉਂਦਾ ਮਾਰੇ ਜਾਂਦੇ ਲੋਕ, ਕਰਮ ਉਹਨਾਂ ਲਾਸ਼ਾਂ ਦਾ ਲੱਭੇ ਸਿਰਨਾਵਾਂ ਕਿਸ ਤਰ੍ਹਾਂ। ਆਈ ਰੁੱਤ ਬਸੰਤੀ ਲੈ ਕੇ ਹਰੀ ਭਰੀ ਹਰਿਆਲੀ, ਆਈ ਰੁੱਤ ਬਸੰਤੀ ਲੈ ਕੇ ਹਰੀ ਭਰੀ ਹਰਿਆਲੀ, ਬਾਗਾਂ ਦੇ ਵਿੱਚ ਰਹਿਣਗੀਆਂ ਹੁਣ ਖਿਜਾਵਾਂ ਕਿਸ ਤਰ੍ਹਾਂ, ਬਾਗਾਂ ਦੇ ਵਿੱਚ ਰਹਿਣਗੀਆਂ ਹੁਣ ਖਿਜਾਵਾਂ ਕਿਸ ਤਰ੍ਹਾਂ। ਧੰਨਵਾਦ। ਕਰਮ ਸਿੰਘ ਕਰਮ ਖੂਬਸੂਰਤ ਗਜ਼ਲ ਪੇਸ਼ ਕਰਕੇ ਗਏ ਹੈ। ਸਟੇਜ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ। ਬਹੁਤਾ ਸਮਾਂ ਨਾ ਲੈਂਦਿਆਂ ਹੋਇਆਂ ਮੈਂ ਸੱਦਾ ਦੇਵਾਂ ਸਟੇਜ ਵੱਲੋਂ ਅਮਰਜੀਤ ਘੋਲੀਆ ਜੀ ਨੂੰ ਕਿ ਉਹ ਸਟੇਜ ਤੇ ਆਉਣ ਤੇ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨ। ਇਸ ਤੋਂ ਅਗਲਾ ਸੱਦਾ ਮੇਰਾ ਹੋਏਗਾ ਗੁਰਪ੍ਰੀਤ ਗੋਪੀ ਜੀ ਨੂੰ, ਉਹ ਤਿਆਰ ਰਹਿਣ। ਪੇਸ਼ ਹੈ ਅਮਰਜੀਤ ਘੋਲੀਆ। ਘੋਲੀਆ ਕਲਾਂ ਦੀ ਜਿਹੜੇ ਮੁੱਢ ਬੰਨ੍ਹਣ ਵਾਲੇ ਅਮਰਜੀਤ ਸਿੰਘ, ਜਰਨੈਲ ਘੋਲੀਆ, ਪ੍ਰਦੀਪ ਕੁਮਾਰ ਜੀ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਧੰਨਵਾਦ ਕਰਦਾ ਕਿ ਇਹੋ ਜਿਹੇ ਉਪਰਾਲੇ ਕਰਨੇ ਔਖੇ ਆ। ਚੱਲਦੀ ਗੱਡੀ ਨੂੰ ਹਰੇਕ ਹੱਥ ਪਾ ਲੈਂਦਾ ਤੇ ਗੱਡੀ ਤੋਰਨੀ ਔਖੀ ਹੈ। ਮੈਂ ਇਹਨਾਂ ਨੂੰ ਬਹੁਤ ਵਧਾਈਆਂ ਦਿੰਦਾ ਕਿਉਂਕਿ ਇਹੋ ਜਿਹੇ ਪ੍ਰੋਗਰਾਮਾਂ ਵਾਸਤੇ ਆਪਣੇ ਕੋਲ ਟਾਈਮ ਬਹੁਤ ਘੱਟ ਨਿਕਲਦਾ। ਬਾਕੀ ਕੰਮ ਆਪਾਂ ਨੂੰ ਸਾਰੇ ਕਰਨੇ ਸੌਖੇ ਆ, ਠੀਕ ਹੈ, ਪਰ ਇਹਦੇ ਵਿੱਚ ਉਦਮ ਜਿਹੜਾ ਹੌਸਲਾ ਜ਼ਰੂਰੀ ਹੈ। ਜੇ ਆਪਾਂ ਆਵਾਂਗੇ ਤਾਂ ਇਹ ਕੰਮ ਚੱਲਣਾ। ਤੇ ਜਰਨੈਲ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਹਨੇ ਬਾਹਰ ਬੈਠੇ ਨੇ ਇਸ ਕੰਮ ਨੂੰ ਸਿਰੇ ਲਾਇਆ, ਨੇਪਰੇ ਚੜਾਇਆ। ਇਸੇ ਆਧਾਰ 'ਤੇ ਕੁਛ ਮੈਂ ਰਚਨਾ ਬੋਲਣੀ ਹੈ ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਜਿਹੜਾ ਜਿਉਂਦੇ ਤਾਂ ਬੰਦੇ ਨੂੰ ਯਾਦ ਕਰੇ, ਬੰਦੇ ਦੇ ਮਰਨ ਤੋਂ ਬਾਅਦ ਵੀ ਉਹਨੂੰ ਯਾਦ ਕੀਤਾ ਜਾਵੇ। ਇੱਕ ਅੱਜ ਦੀ ਨੌਜਵਾਨ ਪੀੜ੍ਹੀ ਲਈ ਹੈ ਵੀ ਕੋਈ ਇਹੋ ਜਿਹਾ ਸਾਨੂੰ ਕੁਝ ਕਰਨਾ ਚਾਹੀਦਾ ਹੈ ਜਿਹੜਾ ਦੁਨੀਆ ਬਾਅਦ ਵਿੱਚ ਵੀ ਸਾਨੂੰ ਯਾਦ ਕਰੇ। ਦੇਸ਼ ਦਾ ਤੂੰ ਹੈ ਮਾਨ ਗੱਭਰੂਆ, ਆਪਣਾ ਆਪ ਪਹਿਚਾਨ ਗੱਭਰੂਆ। ਦੇਸ਼ ਦਾ ਤੂੰ ਹੈ ਮਾਨ ਗੱਭਰੂਆ, ਆਪਣਾ ਆਪ ਪਛਾਣ ਗੱਭਰੂਆ। ਹੀਰੇ ਵਰਗੀ ਜ਼ਿੰਦਗੀ ਨੂੰ ਨਾ ਨਸ਼ਿਆਂ ਵਿੱਚ ਰਲਾ, ਉਹ ਦੁਨੀਆ ਯਾਦ ਕਰੇ। ਕੋਈ ਐਸਾ ਕਰਮ ਕਮਾ ਉਹ ਦੁਨੀਆ ਯਾਦ ਕਰੇ। ਭਗਤ ਸਿੰਘ ਸੁਖਦੇਵ ਸਰਾਭੇ ਵਰਗਾ ਬਣ ਜਾ ਤੂੰ, ਭਗਤ ਸਿੰਘ ਸੁਖਦੇਵ ਸਰਾਭੇ ਵਰਗਾ ਬਣ ਜਾ ਤੂੰ। ਫੌਜੀ ਪੁੱਤ ਬਣ ਭਾਰਤ ਮਾਂ ਦਾ ਹਿੱਕ ਨੂੰ ਤਨ ਜਾ ਤੂੰ। ਊਧਮ ਸਿੰਘ ਜਿਹੇ ਸੂਰਵੀਰ ਨੂੰ
सीने विच वसाओ दुनिया याद करे, कोई ऐसा कर्म कमा कि दुनिया याद करे। मापियां दी घर सेवा बन के सरबन वर्गा तू, मापियां दी घर सेवा बन के सरबन वर्गा तू, दाज दहेज दी लानत लई कुछ क्यों नहीं करदा तू। धी जमण तो पहला मरदी, धी जमण तो पहला मरदी तू, कोई लहर चलाओ दुनिया याद करे, कोई ऐसा कर्म कमाओ दुनिया याद करे। गुरदास मान जिहा कलाकार जां गीतकार बन जा, गुरदास मान जिहा कलाकार जां गीतकार बन जा कोई खिडारी जां ਸਾਹਿਤਕਾਰ बन जा। अमरजीत जां घोलिए वांगू सोहने गीत रचा, वो दुनिया याद करे, कोई ऐसा कर्म कमा वो दुनिया याद करे। कोई ऐसा कर्म कमा दुनिया याद करे पेश करके गए है अमरजीत घोलिया जी। साडे पिंड नूं माण है कि इन्हां दे गीत बहुत मकबूल होए है। जिवें कि कहा जाता है कि ਸਾਹਿਤ समाज का शीशा हुंदा है। ਸਾਹਿਤ ਦੇ ਵਿੱਚੋਂ समाज की तस्वीर वो दिसनी हुंदी है। मैं समझदा जे समाज के ਸਾਹਿਤਕਾਰ समाज दीआं उन्हां बुराइयां दे उत्ते ਉਂਗਲ धरदे है जां उन्हां बुराइयां नूं जड़ों पट्टण वास्ते कोई हीला वसीला करते है, तो इस ਸਾਹਿਤਕਾਰ की जिथे जिम्मेवारी बनती है उत्थे उहदी कलम नूं बल भी वो समाज वल्लों दिता जाता है। सो इन्हां दा धन्नवाद पेश करा मैं अगले ਸਾਹਿਤਕਾਰ साथी गुरप्रीत गोपी जी नूं, वो अपनी रचना लेके स्टेज ते आउण ते अगली रचना वास्ते तैयार रहन साथी स्वर्ण सिंह। घमंडी ते पखंडी नूं फरियाद ना करो, लंघे हुए वेले कदे याद ना करो। सच्ची आखी गल ते ना बहस करो, सच्ची आखी गल ते ना बहस करो। खाओ पियो मौजा माणो ऐश करो, खाओ पियो मौजा माणो ऐश करो। दुनिया ए मेला होए दिहाड़ी चार दा, हुंदा नहीं भरोसा अपनियां दे वार दा। औखे वेले कामे आउंदा नाम करतार दा, जिवें खेत नूं सहारा कंडियां दी तार दा। चंगियां कमां दी अजमाइश करो, खाओ पियो मौजा माणो ऐश करो, खाओ पियो मौजा माणो ऐश करो। बिना गल्लों किसे उत्ते रोब मारो ना, आप तो नीवें नूं कदे ललकारो ना। चादर तो वध पैर नूं पसारो ना, मापियां दी इज्जत दी गेम हारो ना। हर एक दिल च रिहाइश करो, खाओ पियो मौजा माणो दिल करो, खाओ पियो मौजा माणो ऐश करो। शीशे नूं जे तोड़ोगे तां टुट जावेगा, फुल नूं जे तोड़ोगे तां सुक जावेगा। राही नूं तूफान मिले उक जावेगा, जे तुरेगा ना पैंडा किवें मुक जाएगा। जिंदगी दी मंजिल ना पैक करो, खाओ पियो मौजा माणो ऐश करो, खाओ पियो मौजा माणो ऐश करो। जे होई सुखां दी कदर तां ओ दुख करके, जे हुंदी शां दी कदर तां ओ धुप करके। तैनू वक्त ने उडीकना नहीं रुक करके, चल वक्त नालों तेज ना बैठ हथ धर के। गोपी घोलिए दी कमी नू ना कैच करो, खाओ पियो मौजा माणो ऐश करो, खाओ पियो मौजा माणो ऐश करो। गुरप्रीत गोपी बहुत ही खूबसूरत रचनावां नाल स्टेज दे उत्तों अपनी हाज़री लवा के गए है। मैं उन्हां दा धन्नवाद करदा ते अगले ਸਾਹਿਤਕਾਰ साथी नूं स्टेज तो सद्दा दिना है। मैं उन्हां दा नाम पहला अनाउंस कर चुके हैं, साथी स्वर्ण ते उस तो अगे तैयार रहन अमर घोलिया जी अपनी रचना लेके। स्वर्ण सिंह अपनी कोई रचना साडे नाल सांझी करनगे। स्वर्ण सिंह। कविता अधूरी मनां दी अदालत। असीं सारे ही कटहरिਆਂ अंदर खड़ जावांगे, असीं सारे ही कटहरिਆਂ अंदर खड़ जावांगे ते चुपचाप ही सज़ा कबूल लवांगे।
ਤੇ ਅਸੀਂ ਸਾਰੇ ਹੀ ਅਪਰਾਧੀ ਸਾਬਤ ਹੋ ਜਾਵਾਂਗੇ ਜਦ ਕਦੇ ਵੀ ਲੱਗੇਗੀ ਮਨਾਂ ਦੀ ਅਦਾਲਤ। ਅਗਲੀ ਕਵਿਤਾ ਹੈ ਫੁੱਟਪਾਥ। ਜਦੋਂ ਸਾਰਾ ਸ਼ਹਿਰ ਜਾਗਦਾ ਹੈ, ਰੌਣਕ ਮੇਲੇ ਜੱਗ ਝਮੇਲੇ ਪੈਸੇ ਧੇਲੇ ਵਿੱਚ, ਤੇ ਇਹ ਬੁੱਕਰ ਮਾਰ ਕੇ ਸੌਂ ਜਾਂਦਾ ਹੈ ਤਾਂਬੇ ਰੰਗੀ ਕੜਕਦੀ ਧੁੱਪ ਵਿੱਚ। ਇਸ ਨੂੰ ਰਾਹਗੀਰ ਸਦੀਆਂ ਤੋਂ ਲੰਘ ਰਹੇ ਨੇ ਬੇਨਜ਼ਰ ਕਰਕੇ। ਜਦੋਂ ਤਰਕਾਲਾਂ ਢਲਦੀਆਂ ਹਨ ਤੇ ਉਬਾਸੀਆਂ ਲੈਂਦਾ ਤੇ ਉਗੜਾਈਆਂ ਭਾਂਦਾ ਉੱਠ ਖਲੋਂਦਾ ਹੈ, ਜਿਸ ਨੂੰ ਗੰਧਲੇ ਸਿਸਟਮ ਨੇ ਅਣਹੋਏ ਤੇ ਅਣਗੋਲੇ ਕਰ ਦਿੱਤਾ ਹੈ, ਉਹਨਾਂ ਲੋਕਾਂ ਨੂੰ ਜੀ ਆਇਆਂ ਕਹਿਣ ਲਈ। ਉਹ ਆਪਣੇ ਚਿਹਰੇ ਉੱਪਰ ਪਤਲੀਨਾ ਤੇ ਹਜ਼ਾਰ ਰੰਜਸ਼ਾਂ ਭਰੇ ਸਵਾਲ ਲੈ ਕੇ ਤੇ ਸਾਰੇ ਦਿਨ ਦੀ ਥਕਾਵਟ ਲੈ ਕੇ ਵਿਸ ਜਾਂਦੇ ਨੇ ਇਸ ਉੱਪਰ। ਇਹ ਫੁੱਟਪਾਥ ਦਾ ਘਰ ਹੈ। ਇਸ ਉੱਪਰ ਕਿਸੇ ਵੀ ਨਾਮਕਰਨ ਦੀ ਪਲੇਟ ਨਹੀਂ ਲੱਗੀ ਹੋਈ ਤੇ ਨਾ ਹੀ ਆਇਆ ਇਹਨਾਂ ਕੋਲ ਹੁਣ ਤੱਕ ਕੋਈ ਜਨਗਣਨਾ ਵਾਲਾ ਅਫਸਰ। ਇਹ ਬਿਨ ਕੰਧਾਂ ਤੋਂ ਖੁੱਲੇ ਅਸਮਾਨ ਵਾਲਾ ਘਰ ਹੈ। ਮੈਂ ਵੀ ਤੈਨੂੰ ਬੇਨਜ਼ਰ ਕਰਕੇ ਰਲ ਲੱਗਾ ਹਾਂ ਜੱਗ ਝਮੇਲੇ ਵਿੱਚ ਪੈਸੇ ਧੇਲੇ ਵਿੱਚ ਰੌਣਕ ਮੇਲੇ ਵਿੱਚ। ਰੌਣਕ ਮੇਲੇ ਵਾਲੇ ਸਮਾਜ ਵਿੱਚ ਮੈਨੂੰ ਮਾਫ ਕਰ ਦੇ ਮੇਰੇ ਫੁੱਟਪਾਥ ਦੋਸਤ। ਸਵਰਨ ਸਿੰਘ ਪੇਸ਼ ਕਰਕੇ ਗਏ ਹੈ ਖੁੱਲੀ ਕਵਿਤਾ। ਤਾਂ ਇਹਨਾਂ ਦੀ ਕਵਿਤਾ ਸੁਣ ਕੇ, ਕਵਿਤਾ ਦੇ ਵਿੱਚ ਕਹੀ ਹੋਈ ਗੱਲ ਸੁਣ ਕੇ ਉਹ ਇਨਕਲਾਬੀ ਕਵੀ ਪਾਸ਼ ਯਾਦ ਆ ਜਾਂਦਾ ਹੈ, ਜਿਹੜਾ ਬਿਲਕੁਲ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਕਵਿਤਾ ਲਿਖਦਾ ਸੀ। ਤੇ ਅੱਜ ਉਸ ਕਵੀ ਨੂੰ ਯੁੱਗ ਕਵੀ ਜਾਂ ਇਨਕਲਾਬੀ ਕਵੀ ਹੋਣ ਦਾ ਮਾਣ ਮਿਲਿਆ ਹੋਇਆ ਹੈ। ਧੰਨਵਾਦ ਇਸ ਸਾਥੀ ਦਾ ਸਟੇਜ ਵੱਲੋਂ। ਤੇ ਮੈਂ ਅਗਲੇ ਸਾਹਿਤਕਾਰ ਸਾਥੀ ਨੂੰ ਸਟੇਜ ਤੋਂ ਸੱਦਾ ਦੇਵਾਂ, ਅਮਰ ਘੋਲੀਆ ਜੀ ਨੂੰ, ਕਿ ਉਹ ਆਪਣੀ ਰਚਨਾ ਲੈ ਕੇ ਸਟੇਜ ਤੋਂ ਪੇਸ਼ ਹੋਣ। ਤੇ ਆਪਣੀ ਵਾਰੀ ਦੀ ਉਡੀਕ ਵਿੱਚ ਜੁਗਦੀਪ ਸਿੰਘ ਉਹ ਤਿਆਰ ਰਹਿਣ। ਇਹਨਾਂ ਤੋਂ ਬਾਅਦ ਅਮਰ ਘੋਲੀਆ ਜੀ ਸਟੇਜ ਤੇ ਆਓ। ਟੱਪੇ ਨੇ ਜੀ, 3-4 ਟੱਪੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਦੋ ਜੋੜੇ ਨੇ ਮੋਰਾਂ ਦੇ ਹੈ, ਦੋ ਜੋੜੇ ਨੇ ਮੋਰਾਂ ਦੇ, ਉਦੇਸ਼ ਮੇਰਾ ਸੋਨੇ ਦੀ ਚਿੜੀ, ਵਸ ਪੈ ਗਿਆ ਚੋਰਾਂ ਦੇ। ਦੇਸ਼ ਮੇਰਾ ਸੋਨੇ ਦੀ ਚਿੜੀ, ਵਸ ਪੈ ਗਿਆ ਚੋਰਾਂ ਦੇ। ਨਾ ਠੰਡੀ ਵਾਹ ਹੁਣ ਤੂਤਾਂ ਚੋਂ, ਨਾ ਠੰਡੀ ਵਾਹ ਹੁਣ ਤੂਤਾਂ ਚੋਂ, ਦੇਸ਼ ਨੇਤਾ ਗਰਕ ਗਏ, ਪੈਸੇ ਖਾ ਗਏ ਤਬੂਤਾਂ ਚੋਂ, ਉਹ ਸ਼ੂਰਬੀਰਾਂ ਦੇ ਤਬੂਤਾਂ ਚੋਂ। 10 ਪੈਣ ਨਾ ਕਿੰਜ ਗਸ਼ੀਆਂ, 10 ਪੈਣ ਨਾ ਕਿੰਜ ਗਸ਼ੀਆਂ, ਲੋਕ ਮਾਰੂ ਸਭ ਨੀਤੀਆਂ, ਅੰਨਦਾਤਾ ਕਰੇ ਖੁਦਕੁਸ਼ੀਆਂ। ਉਹ ਲੋਕ ਮਾਰੂ ਸਭ ਨੀਤੀਆਂ, ਅੰਨਦਾਤਾ ਕਰੇ ਖੁਦਕੁਸ਼ੀਆਂ। ਨਵੇਂ ਵੈਲ ਹੈ ਜੀ। ਹੱਦ ਕਰ ਦਿੱਤੀ ਵੈਲਾਂ ਨੇ ਹੈ, ਹੱਦ ਕਰ ਦਿੱਤੀ ਵੈਲਾਂ ਨੇ, ਜੇਬਾਂ ਸਭ ਖਾਲੀ ਕੀਤੀਆਂ, ਬਿਊਟੀ ਪਾਰਲਰ ਮੋਬਾਈਲਾਂ ਨੇ। ਉਹ ਜੇਬਾਂ ਸਭ ਖਾਲੀ ਕੀਤੀਆਂ, ਬਿਊਟੀ ਪਾਰਲਰ ਮੋਬਾਈਲਾਂ ਨੇ। ਜੋਰ ਘੋਲੀਆ ਤੂੰ ਲਾਲੀ ਹਿੱਕ ਦਾ ਹੈ, ਜੋਰ ਘੋਲੀਆ ਤੂੰ ਲਾਲੀ ਹਿੱਕ ਦਾ, ਕਿ ਇੰਡੀਆ ਤਾਂ ਨਾਂ ਦਾ ਹੀ ਹੈ, ਇੱਥੇ ਸਭ ਕੁਝ ਵਰਡ ਬੈਂਕ ਦਾ। ਇੰਡੀਆ ਤਾਂ ਨਾਂ ਦਾ ਹੀ ਹੈ, ਇੱਥੇ ਸਭ ਕੁਝ ਵਰਡ ਬੈਂਕ ਦਾ। ਦੋ ਜੋੜੇ ਨੇ ਮੋਰਾਂ ਦੇ, ਦੇਸ਼ ਮੇਰਾ ਸੋਨੇ ਦੀ ਚਿੜੀ,
ਵਸ ਪੈ ਗਿਆ ਚੋਰਾਂ ਦੇ। ਧੰਨਵਾਦ। ਦੇਸ਼ ਮੇਰਾ ਸੋਨੇ ਦੀ ਚਿੜੀ, ਵਸ ਪੈ ਗਿਆ ਚੋਰਾਂ ਦੀ, ਪੇਸ਼ ਕਰਕੇ ਗਏ ਹੈ ਸਾਥੀ ਅਮਰ ਭੋਲੀਆ। ਪੇਸ਼ ਕਰਾਂ ਮੈਂ ਅਗਲੇ ਸਾਹਿਤਕਾਰ ਸਾਥੀ ਜਗਦੀਪ ਸਿੰਘ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਮੰਚ ਤੇ ਆਉਣ। ਸਭ ਤੋਂ ਪਹਿਲਾਂ ਸ਼ੇਰ। ਕੁੱਖਾਂ ਵਿੱਚ ਨਾ ਧੀਆਂ ਕਤਲ ਕਰੋ, ਬੰਦ ਕਰ ਦਿਓ ਇਸ ਰਿਵਾਜ ਨੂੰ। ਤੁਹਾਡੀ ਇੱਕ ਇੱਕ ਦੀ ਗਲਤੀ ਦੀ ਸਜ਼ਾ ਮਿਲੇਗੀ ਸਾਰੇ ਸਮਾਜ ਨੂੰ। ਔਰਤ ਹੀ ਔਰਤ ਦੀ ਦੁਸ਼ਮਣ ਹੈ, ਉਹ ਵੀ ਸਮਝੇ ਨਾ ਇਸ ਲਿਹਾਜ਼ ਨੂੰ। ਫਿਰ ਆਖਰ ਨੂੰ ਘੋਲੀਆ ਕਲਮ ਚੱਕੇ ਤੇ ਲਿਖ ਦੇਵੇ ਧੀ ਦੀ ਆਵਾਜ਼ ਨੂੰ। ਉਹ ਘਰ ਵਿੱਚ ਹੀ ਸਦਾ ਰਹਿਣਾ ਏ ਇਹਨਾਂ ਦਾ ਜੇਰਾ ਏ, ਆਗਿਆ ਦੇ ਵਿੱਚ ਰਹਿਣਾ ਨਾ ਕੋਈ ਤੋਰਾ ਫੇਰਾ ਏ। ਭਾਵੇਂ ਕਹਿਣੇ ਨੂੰ ਪੱਥਰ, ਭਾਵੇਂ ਸਿਆਪੇ ਕੁੜੀਆਂ ਨੂੰ, ਫਿਰ ਵੀ ਚੰਗੇ ਲੱਗਦੇ ਨੇ ਸਦਾ ਮਾਪੇ ਕੁੜੀਆਂ ਨੂੰ। ਫਿਰ ਵੀ ਚੰਗੇ ਮਾਪੇ ਵੀ ਕਹਿੰਦੇ ਤਨ ਬਗਾਨਾ, ਸਹੁਰੇ ਵੀ ਕਹਿਣ ਪਰਾਈ। ਦੱਸੋ ਵਿਚਾਰੀ ਧੀ ਨੇ ਇਹ ਜਿੰਦ ਕਿਹਦੇ ਲੇਖੇ ਲਾਈ। ਮਾਪੇ ਵੀ ਕਹਿੰਦੇ ਤਨ ਬਗਾਨਾ, ਸਹੁਰੇ ਵੀ ਕਹਿਣ ਪਰਾਈ। ਦੱਸੋ ਵਿਚਾਰੀ ਧੀ ਨੇ ਇਹ ਜਿੰਦ ਕਿਹਦੇ ਲੇਖੇ ਲਾਈ। ਦਾਜ ਪਿੱਛੇ ਨੇ ਅੱਗਾਂ ਲਾਉਂਦੇ ਆਪੇ ਕੁੜੀਆਂ ਨੂੰ। ਫਿਰ ਵੀ ਚੰਗੇ ਲੱਗਦੇ ਨੇ ਸਦਾ ਮਾਪੇ ਕੁੜੀਆਂ ਨੂੰ। ਫਿਰ ਵੀ ਚੰਗੇ ਧੀ ਨਾਲ ਮਾਂ ਕਰਕੇ ਈਰਖਾ, ਪੁੱਤਰ ਨੂੰ ਚੂਰੀ ਖਵਾਵੇ। ਫਿਰ ਵੀ ਧੀ ਮਾਪੇ ਆਪਣੇ ਤੇ ਵੀਰ ਦੀ ਖੈਰ ਮਨਾਵੇ। ਘਰ ਮਾਪਿਆਂ ਦਾ ਸਵਰਗਾਂ ਵਰਗਾ ਜਾਪੇ ਕੁੜੀਆਂ ਨੂੰ। ਫਿਰ ਵੀ ਚੰਗੇ ਲੱਗਦੇ ਨੇ ਸਦਾ ਮਾਪੇ ਕੁੜੀਆਂ ਨੂੰ। ਫਿਰ ਵੀ ਚੰਗੇ ਧੀਆਂ ਬਾਜੋਂ ਵੇੜਾ ਸੁੰਨਾ, ਗੁੱਟ ਵੀ ਸੁੰਨਾ ਰਹਿੰਦਾ। ਮਾਰ ਕੇ ਧੀ ਨਾ ਪਾਪ ਕਮਾਓ, ਜਗਦੀਪ ਇਹ ਕਹਿੰਦਾ। ਧੀਆਂ ਬਾਜੋਂ ਵੇੜਾ ਸੁੰਨਾ, ਗੁੱਟ ਵੀ ਸੁੰਨਾ ਰਹਿੰਦਾ। ਮਾਰ ਕੇ ਧੀ ਨਾ ਪਾਪ ਕਮਾਓ, ਜਗਦੀਪ ਇਹ ਕਹਿੰਦਾ। ਘੋਲੀਆ ਪਿੰਡ ਤਾਂ ਸਮਝੂਗਾ ਹੁਣ ਆਪੇ ਕੁੜੀਆਂ ਨੂੰ। ਫਿਰ ਵੀ ਚੰਗੇ ਲੱਗਦੇ ਨੇ ਸਦਾ ਮਾਪੇ ਕੁੜੀਆਂ ਨੂੰ। ਫਿਰ ਵੀ ਚੰਗੇ। ਧੰਨਵਾਦ। ਭਾਵੇਂ ਕਹਿਣ ਨੂੰ ਸਾਡਾ ਸਮਾਜ ਉਹ ਤਰੱਕੀ ਕਰ ਰਿਹਾ ਹੈ, ਪਰ ਜਿਸ ਸਮਾਜ ਦੇ ਵਿੱਚ ਇਸ ਜੱਗ ਦੀ ਜਣਨੀ, ਇਸ ਸਮਾਜ ਦੀ ਜਣਨੀ ਦੀ ਇਹ ਹਾਲਤ ਹੋਵੇ ਤੇ ਸਾਹਿਤਕਾਰਾਂ ਨੂੰ ਉਸ ਸਮੱਸਿਆ ਦੇ ਉੱਤੇ ਆਪਣੀ ਕਲਮ ਚੁੱਕਣੀ ਪਵੇ, ਤਾਂ ਅਸੀਂ ਸਾਰੇ ਉਹ ਕੋਮਲ ਭਾਵਨਾਵਾਂ ਵਾਲੇ ਲੋਕ ਉਸ ਸਮਾਜ ਨੂੰ ਤਰੱਕੀ ਵਾਲੇ ਸਮਾਜ ਦਾ ਰੁਤਬਾ ਕਦੇ ਨਹੀਂ ਦੇ ਸਕਦੇ। ਪੇਸ਼ ਕਰਕੇ ਗਏ ਹੈ ਜਗਦੀਪ ਸਿੰਘ ਜੀ, ਧੰਨਵਾਦ ਉਹਨਾਂ ਦਾ ਸਟੇਜ ਵੱਲੋਂ। ਤੇ ਅਗਲਾ ਸੱਦਾ ਹੈ ਮੈਡਮ ਰਾਜਵੰਤ ਕੌਰ ਜੀ ਘੋਲੀਆ, ਉਹ ਆਪਣੀ ਨਜ਼ਮ ਲੈ ਕੇ ਸਟੇਜ ਤੋਂ ਪੇਸ਼ ਹੋਣ ਤੇ ਉਹਨਾਂ ਤੋਂ ਬਾਅਦ ਤਿਆਰੀ ਰੱਖਣ ਗੁਰਤੇਜ ਸਿੰਘ ਸਮਾਧ ਭਾਈ। ਹੁਣ ਪੇਸ਼ ਹੈ ਮੈਡਮ ਰਾਜਵੰਤ ਕੌਰ ਘੋਲੀਆ। ਰਚਨਾ ਪੇਸ਼ ਕਰਨ ਜਾ ਰਹੀ ਹਾਂ। ਵੈਸੇ ਐਡੇ ਵੱਡੇ ਗੀਤਕਾਰਾਂ ਦੇ ਸਾਹਮਣੇ ਬੋਲਣਾ ਤਾਂ ਬਹੁਤ ਮੇਰੇ ਲਈ ਮੁਸ਼ਕਿਲ ਹੈਗਾ, ਪਰ ਮੈਂ ਕੋਸ਼ਿਸ਼ ਕਰਦੀ ਹਾਂ। ਕੁਝ ਲੋਕ, ਕੁਝ ਇਸ ਤਰ੍ਹਾਂ ਦੇ ਲੋਕ ਨੇ ਜੋ ਮੈਨੂੰ ਆਪਣੇ ਲੱਗਦੇ ਨੇ। ਕੁਝ ਇਹੋ ਜਿਹੇ ਵੀ ਹੈਗੇ ਨੇ ਜੋ ਆਪਣੇ ਹੋ ਕੇ ਠੱਗਦੇ ਨੇ। ਕੁਝ ਫੁੱਲਾਂ ਦੀ ਮਹਿਕ ਜਿਹੇ ਮੇਰੇ ਮਨ ਨੂੰ ਜੋ ਮਹਿਕਾਉਂਦੇ ਨੇ। ਕਦੇ ਰਾਹਾਂ ਦੇ ਵਿੱਚ ਵਿਛੜ ਗਏ ਮੈਨੂੰ ਅੱਜ ਵੀ ਚੇਤੇ ਆਉਂਦੇ ਨੇ। ਕੁਝ ਸਾਗਰ ਦੀ ਛੱਲ ਜਿਹੇ ਜੋ ਹੱਥਾਂ ਵਿੱਚ ਨਾ ਫੜ ਹੁੰਦੇ। ਕੁਝ ਦਿਲ ਤੇ ਉਕਰੇ ਖਤ ਵਰਗੇ ਜੋ ਅਗਲਾਇਆ ਨਾ ਸੜ ਹੁੰਦੇ। ਕੁਝ ਕੱਕੇ ਰਾਹਾਂ ਤੇ ਪੈੜਾਂ ਜੇ ਜੋ ਫੂਕ ਮਾਰਿਆਂ ਟਹਿ ਜਾਂਦੇ।
ਹਰੇ ਕੁਝ ਰੱਖਦੇ ਨੇ ਬਣ ਖੰਜਰ ਸੀਨੇ ਬਹਿ ਜਾਂਦੇ। ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗੀ, ਇਹ 2 ਸ਼ੇਅਰ ਮੈਂ ਖਾਸ ਤੌਰ ਤੇ ਆਪਣੇ ਜੀਵਨ ਸਾਥੀ ਡਾਕਟਰ ਸੁਖਮੰਦਰ ਸਿੰਘ ਜੀ ਲਈ ਲਿਖੇ ਨੇ। ਅੱਜ ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕੇ, ਉਹਨਾਂ ਨੇ ਆਉਣਾ ਸੀ ਜ਼ਰੂਰ। ਇਹ 4 ਲਾਈਨਾਂ ਜਿਹੜੀਆਂ ਉਹਨਾਂ ਲਈ ਨੇ। ਕੁਝ ਜਾਨੋਂ ਪਿਆਰੇ ਬਣ ਗਏ ਨੇ ਜਿਉਂ ਸਾਹਾਂ ਦੇ ਵਿੱਚ ਸਾਵਰ ਗਏ, ਫੜ ਮੈਨੂੰ ਪਾਰ ਲੰਘਾਇਆ ਏ ਮੰਜ਼ਿਲ ਨੂੰ ਜਾਂਦੇ ਰਾਹ ਵਰਗੇ। ਜਨਮਾਂ ਦੇ ਸਾਥੀ ਬਣ ਗਏ ਨੇ ਸੱਚੇ ਇਸ਼ਕੇ ਦੇ ਗੀਤ ਜਿਹੇ, ਵਾਰਸ ਤੇ ਪੀਲੂ ਲਿਖ ਗਏ ਜੋ ਰਾਂਝੇ ਮਿਰਜੇ ਦੀ ਪ੍ਰੀਤ ਜਿਹੇ। ਕੁਝ 12 ਬੋਰ ਦੀ ਗੋਲੀ ਜੇ ਸੀਨੇ ਵੱਜਣ ਠਾ ਠਾ ਕਰਕੇ, ਦਿਲ ਦੇ ਵਿੱਚ ਖਾਰਾਂ ਰੱਖਦੇ ਨੇ ਪਰ ਚਿਹਰੇ ਤੇ ਵਾਹ ਵਾਹ ਕਰਦੇ। ਮੇਰੇ ਇੱਕ ਬੋਲ ਤੇ ਜਾਨ ਦੇਣ ਜਿਨ੍ਹਾਂ ਲਈ ਮਰਨ ਨੂੰ ਜੀ ਕਰਦਾ। ਕੁਝ ਮੇਰੇ ਮੁਰਸ਼ਦ ਵਰਗੇ ਨੇ ਸਿਰ ਪੈਰੀ ਤਰਨ ਨੂੰ ਜੀ ਕਰਦਾ। ਕੁਝ ਮੇਰੇ ਮੁਰਸ਼ਦ ਵਰਗੇ ਨੇ ਸਿਰ ਪੈਰੀ ਤਰਨ ਨੂੰ ਜੀ ਕਰਦਾ। ਧੰਨਵਾਦ ਮੈਡਮ ਰਾਜਵੰਤ ਕੌਰ ਦਾ, ਜਿਨ੍ਹਾਂ ਨੇ ਬਹੁਤ ਖੂਬਸੂਰਤੀ ਨਾਲ ਆਪਣੀਆਂ ਰਚਨਾਵਾਂ ਸਟੇਜ ਦੇ ਉੱਤੋਂ ਸਾਂਝੀਆਂ ਕੀਤੀਆਂ ਸਾਡੇ ਨਾਲ। ਜਿੱਥੇ ਉਹਨਾਂ ਦੀ ਕਲਮ ਦੇ ਵਿੱਚ ਵਾਹ ਵਾਹ ਲੈਣ ਦਾ ਦਮ ਹੈ, ਉੱਥੇ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਮੈਨੂੰ ਦਮ ਲੱਗਿਆ। ਇਸ ਤੋਂ ਅੱਗੇ ਮੈਂ ਸੱਦਾ ਦੇਵਾਂ ਮੰਚ ਦੇ ਉੱਤੋਂ ਸਾਹਿਤਕਾਰ ਸਾਥੀ ਗੁਰਤੇਜ ਸਿੰਘ ਸਮਾਧ ਭਾਈ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਸਾਡੇ ਰੂਬਰੂ ਹੋਣ ਤੇ ਅਗਲੇ ਸਾਹਿਤਕਾਰ। ਘੋਲੀਆ ਕਲਾਂ ਪਿੰਡ ਦਾ ਹਮੇਸ਼ਾ ਹੀ ਸਾਡੇ ਇਲਾਕੇ ਦੇ ਵਿੱਚ, ਭਾਵੇਂ ਕੋਈ ਵੀ ਖੇਤਰ ਹੈ, ਸਮਾਜਿਕ ਖੇਤਰ ਹੈ ਜਾਂ ਰਾਜਨੀਤਿਕ ਖੇਤਰ ਹੈ ਜਾਂ ਸਾਹਿਤਕ ਖੇਤਰ ਹੈ ਜਾਂ ਧਾਰਮਿਕ ਖੇਤਰ ਹੈ, ਉਹਦੇ ਵਿੱਚ ਅਹਿਮ ਰੋਲ ਰਿਹਾ ਘੋਲੀਆ ਕਲਾਂ ਦਾ। ਇਸੇ ਤਰ੍ਹਾਂ ਹੀ ਸਾਹਿਤਕ ਖੇਤਰ ਦੇ ਵਿੱਚ ਵੀ ਘੋਲੀਆ ਕਲਾਂ ਕਿਸੇ ਜਾਣ ਪਹਿਚਾਣ ਦਾ ਮੁਤਾਜ ਨਹੀਂ। ਬੜੀ ਸੋਹਣੀ ਕਲਮਾਂ ਇੱਥੋਂ ਦੀਆਂ, ਬਹੁਤ ਸੋਹਣੇ ਗੀਤਕਾਰ ਜਿਹੜੇ ਹੈਗੇ ਆ ਘੋਲੀਆ ਕਲਾਂ ਨੇ ਪੈਦਾ ਕੀਤੇ ਆ। ਜਿੱਥੋਂ ਤੱਕ ਕਿਸੇ ਰਚਨਾ ਦਾ, ਆਪਣੀ ਰਚਨਾ ਦਾ ਸੰਬੰਧ ਹੈ, ਮੈਨੂੰ ਅੱਜ ਹੀ ਹੁਣੇ 10-11 ਵਜੇ ਜਗਰੂਪ ਸਰੋਆ ਜੀ ਨੇ ਕਿਹਾ, ਕਹਿੰਦਾ ਚਾਚਾ ਜੀ ਆਪਾਂ ਬਾਈ ਅਮਰ ਘੋਲੀਆ ਨੇ, ਸੁਖਵਿੰਦਰ ਘੋਲੀਆ, ਉਹਨਾਂ ਨੇ ਪ੍ਰੋਗਰਾਮ ਰੱਖਿਆ, ਉੱਥੇ ਘੋਲੀਆ ਕਲਾਂ ਜਾਣਾ। ਮੈਂ ਆਪ ਦੀ ਕੋਈ ਮਤਲਬ ਆਪ ਦੀ ਰਚਨਾ ਨਹੀਂ ਲਿਆ ਸਕਿਆ, ਇਸ ਗੱਲ ਦੀ ਮੈਂ ਅਗਾਊਂ ਮੁਆਫੀ ਚਾਹੁੰਦਾ ਤੁਹਾਡੇ ਕੋਲੋਂ। ਅਸੀਂ ਜ਼ਿੰਦਗੀ ਦੇ ਵਿੱਚ 3-4 ਜਿਹੜੇ ਹੈਗੇ ਆ ਰਿਸ਼ਤੇ ਹੈਗੇ ਆ, ਉਹ ਐਟ ਏ ਟਾਈਮ ਆਪਣੇ ਪਿੰਡੇ ਤੇ ਹੜਾਉਣੇ ਆ। ਇੱਕ ਸਾਡਾ ਖੂਨ ਦਾ ਰਿਸ਼ਤਾ ਹੈ ਜਿਹੜਾ ਸਾਡੇ ਮਾਂ-ਬਾਪ ਦਾ, ਭੈਣ ਭਰਾ ਦਾ ਹੁੰਦਾ ਹੈ। ਇੱਕ ਸਾਡਾ ਸਮਾਜ ਦਾ ਰਿਸ਼ਤਾ ਹੈ, ਜਿਹੜੇ ਸਾਡੇ ਚਾਚੇ ਤਾਏ ਆ, ਮਾਮੇ ਫੁੱਫੜ ਹੈ, ਜਿਹੜੇ ਰਿਸ਼ਤੇ ਸਾਡੇ ਸਮਾਜ ਤੈਅ ਕਰਦਾ। ਤੇ ਇੱਕ ਰਿਸ਼ਤਾ ਸਾਡਾ ਆਪਣਤ ਦਾ ਰਿਸ਼ਤਾ ਹੈ, ਜਿਨ੍ਹਾਂ ਦੇ ਨਾਲ ਨਾ ਤਾਂ ਸਾਡਾ ਕੋਈ ਖੂਨ ਦਾ ਰਿਸ਼ਤਾ ਹੁੰਦਾ ਹੈ, ਨਾ ਕੋਈ ਸਾਡੀ ਸਮਾਜਿਕ ਸਾਂਝ ਹੁੰਦੀ ਹੈ। ਉਹ ਰਿਸ਼ਤਾ ਹੈ ਜਿਹੜਾ ਆਪਣਤ ਦਾ, ਸਾਡੇ ਆਪਣੇਪਣ ਦੇ ਵਿੱਚੋਂ, ਸਾਡੇ ਆਪਣੇ ਮਨੋਭਾਵਾਂ ਦੇ ਵਿੱਚੋਂ, ਸਾਡੇ ਆਪਣੇ ਅੰਦਰਲੇ ਜਿਹੜੇ ਜਜ਼ਬੇ ਆ ਉਹਨਾਂ ਦੇ ਵਿੱਚੋਂ ਪੈਦਾ ਹੁੰਦਾ ਹੈ। ਤੇ ਅੱਜ ਦੇ ਸੈਂਸੀਪੈਟਿਕ ਦੇ ਯੁੱਗ ਦੇ ਵਿੱਚ, 21ਵੀਂ ਸਦੀ ਦੇ ਵਿੱਚ, ਜਿੱਥੋਂ ਤੱਕ ਮੈਂ ਆਪਣੀ ਛੋਟੀ ਜਿਹੀ ਲਾਈਫ ਦੇ ਵਿੱਚ ਐਨਾਲਿਸਿਸ ਕੀਤਾ ਹੈਗਾ, ਤੇ ਜਿਹੜੇ ਸਾਡੇ ਖੂਨ ਦੇ ਰਿਸ਼ਤੇ ਆ ਉਹਨਾਂ ਦਾ ਰੰਗ ਹੈ ਜਿਹੜਾ ਦਿਨੋਂ ਦਿਨ ਫਿੱਕਾ ਪੈਂਦਾ ਜਾ ਰਿਹਾ, ਚਿੱਟਾ ਹੁੰਦਾ ਜਾ ਰਿਹਾ। ਜਿਹੜੇ ਸਾਡੇ ਸਮਾਜਿਕ ਰਿਸ਼ਤੇ ਆ ਉਹ ਸਾਡੇ ਸਵਾਰਥਪੁਣੇ ਦੀ ਆੜ ਥੱਲੇ ਦਿਨੋਂ ਦਿਨ ਕੜਾ ਕਰਕੇ ਟੁੱਟਦੇ ਜਾ ਰਹੇ ਆ। ਤੇ ਜਿਹੜਾ ਤੀਜੇ ਰਿਸ਼ਤੇ ਦੀ ਮੈਂ ਗੱਲ ਕੀਤੀ ਆ, ਆਪਣਤ ਦੇ ਰਿਸ਼ਤੇ ਦੀ, ਉਹ ਰਿਸ਼ਤਾ ਸਾਡੇ ਪਹਿਲੇ ਦੋਨਾਂ ਰਿਸ਼ਤਿਆਂ ਦੇ ਖੂਨ ਦੇ ਰਿਸ਼ਤੇ ਉੱਤੇ ਵੀ ਔਰ ਜਿਹੜੇ ਸਮਾਜਿਕ ਰਿਸ਼ਤੇ ਉਹਨਾਂ ਤੇ ਭਾਰੂ ਪੈਂਦਾ ਜਾ ਰਿਹਾ। ਜੇ ਇਸ ਚੀਜ਼ ਦੀ ਆਪਾਂ ਉਦਾਹਰਨ ਲੈਣੀ ਹੋਵੇ, ਐਗਜ਼ਾਮਪਲ ਲੈਣੀ ਹੋਵੇ, ਤਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਜਾ ਵੜਿਓ, ਉੱਥੇ ਤੁਸੀਂ ਐਨਾਲਿਸਿਸ ਕਰਕੇ ਦੇਖੋ ਵੀ ਉੱਥੋਂ ਤੁਹਾਨੂੰ ਜਿਹੜੇ ਆਪਣਤ ਦੇ ਰਿਸ਼ਤੇ ਆ ਉਹ ਭਾਰੂ ਨਜ਼ਰ ਆਉਣਗੇ। ਜੇ ਗੱਲ ਆਪਾਂ ਅੱਜ ਦੀ ਵੀ ਕਰੀਏ, ਇੱਥੇ ਵੀ ਆਪਾਂ ਬੈਠੇ ਆ, ਤਾਂ ਅੱਜ ਵੀ ਆਪਾਂ ਜੇ ਸੋਚੀਏ ਤਾਂ ਅੱਜ ਵੀ ਆਪਣੇ ਵਿੱਚ ਬਹੁਤ ਘੱਟ ਹੈ ਜਿਹਨਾਂ ਨਾਲ ਆਪਣਾ ਕਿਸੇ ਖੂਨ ਦਾ ਰਿਸ਼ਤਾ ਹੈ, ਜਾਂ ਆਪਣੇ ਵਿੱਚ ਬਹੁਤ ਘੱਟ ਹੈ ਜਿਨ੍ਹਾਂ ਨੇ ਆਪਣੇ ਸਮਾਜ ਦਾ ਕੋਈ ਸਮਾਜਿਕ ਰਿਸ਼ਤਾ ਹੈ। ਅੱਜ ਵੀ ਆਪਾਂ ਆਪਣਤ ਦੇ ਰਿਸ਼ਤੇ ਦੀ ਦੌਲਤ ਇੱਥੇ ਇਕੱਠੇ ਹੋਏ ਹਾਂ। ਸੋ ਮੈਂ ਬਹੁਤ ਹੀ ਦੂਰ ਨਾ ਜਾਵਾਂ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਮੈਂ ਜਿਹੜੀ ਹੈ ਤੁਹਾਡੇ ਕੋਲ ਅਗਾਊਂ ਮੁਆਫੀ ਮੰਗ ਲੈਂਦਾ ਵੀ ਮੈਂ ਆਪਦੀ ਰਚਨਾ ਨਹੀਂ ਲਿਆ ਸਕਿਆ, ਅਗਲੀ ਵਾਰ ਜ਼ਰੂਰ ਆਪਦੀ ਕੋਈ ਰਚਨਾ ਲੈ ਕੇ ਆਊਂਗਾ। ਤੇ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸਾਡਾ
ਜਿਹੜੀ ਹੈਗੀ ਹੈ ਸੋਹਣੀ ਦੀ ਜਿਹੜੀ ਗਜ਼ਲ ਹੈਗੀ ਹੈ ਉਹ ਤੁਹਾਡੇ ਰੂਬਰੂ ਰੱਖਣ ਜਾ ਰਿਹਾ। ਮੈਨੂੰ ਉਮੀਦ ਹੈ ਵੀ ਤੁਸੀਂ ਗੌਰ ਫਰਮਾਓਗੇ। ਸੋਹਣੀ ਕਹਿੰਦੇ ਆ ਵੀ ਸੋਹਣੀ ਜਦੋਂ ਝਾਣਾ ਦੇ ਉੱਤੇ ਖੜੀ ਸੀ ਤਾਂ ਸੋਹਣੀ ਦੇ ਸਾਹਮਣੇ ਦੋ ਦਰਿਆ ਵਗਦੇ ਸੀ। ਇੱਕ ਸੋਹਣੀ ਦੇ ਬਾਹਰ ਦਰਿਆ ਵਗ ਰਿਹਾ ਸੀ ਤੇ ਇੱਕ ਸੋਹਣੀ ਦੇ ਅੰਦਰ ਦਰਿਆ ਵਗ ਰਿਹਾ ਸੀ। ਸੋਹਣੀ ਦੀ ਉਸ ਟਾਈਮ ਦੀ ਜਿਹੜੀ ਸਥਿਤੀ ਸੀ ਉਸ ਸਥਿਤੀ ਨੂੰ ਸਾਡੇ ਜਿਹੜੇ ਹੈਗੇ ਆ ਤਰਸੇਮ ਸਫਰੀ ਨੇ ਆਪਦੀ ਗਜ਼ਲ ਦੇ ਵਿੱਚ ਪੇਸ਼ ਕੀਤਾ। ਉਹ ਮੈਂ ਤੁਹਾਡੀ ਨਜ਼ਰ ਕਰਨ ਦੀ ਜਿਹੜੀ ਖੁਸ਼ੀ ਲੈ ਰਿਹਾ। ਬੜੇ ਮਾਸੂਮਣੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ। ਤਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਸੋਹਣੀ ਦਾ ਹੌਸਲਾ ਵੇਖੋ ਡੁੱਬਣ ਲੱਗੀ ਚਣਾ ਚੋਂ ਬੋਲੀ। ਸੋਹਣੀ ਦਾ ਹੌਸਲਾ ਵੇਖੋ ਡੁੱਬਣ ਲੱਗੀ ਚਣਾ ਚੋਂ ਬੋਲੀ। ਕੱਚੇ ਦਾ ਭਰੋਸਾ ਵੀ ਕਾਹਦਾ ਕੱਚੇ ਤਾਂ ਖਰ ਹੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਮਣਾ ਕਿਉਂ ਹੌਸਲਾ ਠਾਇਆ ਇਸ਼ਕ ਦੀ ਖੇਡ ਖੇਡੀ ਚੱਲ। ਮਣਾ ਕਿਉਂ ਹੌਸਲਾ ਠਾਇਆ ਇਸ਼ਕ ਦੀ ਖੇਡ ਖੇਡੀ ਚੱਲ। ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਬੜਾ ਅਫਸੋਸ ਸੱਜਣਾ ਤੇ ਬਦਲ ਗਏ ਕਹਿਰਾਂ ਦੇ ਆਖੇ। ਬੜਾ ਅਫਸੋਸ ਸੱਜਣਾ ਤੇ ਬਦਲ ਗਏ ਕਹਿਰਾਂ ਦੇ ਆਖੇ। ਹੌਸਲਾ ਰੱਖ ਤੂੰ ਸਫਰੀ ਕਈਆਂ ਦੇ ਮਰ ਵੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ। ਤਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਬੜੇ ਮਾਸੂਮਣੇ ਸਾਜਨ ਬੜੇ ਮਾਸੂਮਣੇ ਸਾਜਨ। ਸ਼ੁਕਰੀਆ ਜੀ ਬਹੁਤ ਧੰਨਵਾਦ ਸਾਥੀ ਗੁਰਤੇਜ ਸਿੰਘ ਸਮਾਧ ਭਾਈ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਇਸ ਮੰਚ ਤੋਂ ਸਾਡੇ ਨਾਲ ਸਾਂਝੇ ਕੀਤੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਤਰਸੇਮ ਸਫਰੀ ਜੀ ਦੀ ਗਜ਼ਲ ਆਪਣੀ ਆਵਾਜ਼ ਦੇ ਵਿੱਚ ਪੇਸ਼ ਕੀਤੀ। ਇਹਨਾਂ ਦੇ ਨਾਲ ਸਾਡੇ ਪੱਤਰਕਾਰ ਵੀਰ ਜਗਰੂਪ ਸਰੋਆ ਜੀ ਉਹ ਸਾਡੇ ਅੱਜ ਦੇ ਇਸ ਸਮਾਗਮ ਦੇ ਵਿੱਚ ਸਮੇਂ 'ਚੋਂ ਸਮਾਂ ਕੱਢ ਕੇ ਆਏ ਹੈ। ਅਸੀਂ ਮੰਚ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਾਡੇ ਇਸ ਸਮਾਗਮ ਦੀ ਕਵਰੇਜ ਕਰਨ ਤੇ ਮੰਚ ਵੱਲੋਂ ਧੰਨਵਾਦ ਕਰਦੇ ਹਾਂ। ਹੁਣ ਮੈਂ ਸੱਦਾ ਦੇਵਾਂ ਸਟੇਜ ਵੱਲੋਂ ਦਰਸ਼ਨ ਘੋਲੀਆ ਜੀ ਨੂੰ। ਮੈਂ ਦੱਸ ਦੇਵਾਂ ਜਿੱਥੇ ਇਹ ਸਾਥੀ ਸਾਹਿਤ ਦੇ ਖੇਤਰ ਦੇ ਵਿੱਚ ਕਲਮ ਅਜ਼ਮਾ ਰਹੇ ਨੇ ਉੱਥੇ ਇਹ ਇੱਕ ਮਜ਼ਦੂਰ ਆਗੂ ਦੇ ਤੌਰ ਤੇ ਵੀ ਕੰਮ ਕਰ ਰਹੇ ਹੈ। ਪੇਸ਼ ਹੈ ਦਰਸ਼ਨ ਸਿੰਘ ਘੋਲੀਆ ਆਪਣੀ ਨਜ਼ਮ ਲੈ ਕੇ ਤੇ ਅਗਲੀ ਤਿਆਰੀ ਰੱਖਣ ਸਾਹਿਤਕਾਰ ਸਾਥੀ ਜਸਵਿੰਦਰ ਸਿੰਘ। ਉਹ ਇਹਨਾਂ ਤੋਂ ਬਾਅਦ ਮੰਚ ਤੇ ਆਪਣੀ ਰਚਨਾ ਲੈ ਕੇ ਆਉਣਗੇ। ਹੁਣ ਦਰਸ਼ਨ ਘੋਲੀਆ। ਕੀਤੀ ਲੱਭਣੇ ਦੀ ਬੜੀ ਮੈਂ ਤਾਂ ਪਛਿਆ ਕੀਤੀ ਲੱਭਣੇ ਦੀ ਬੜੀ ਮੈਂ ਤਾਂ ਪਛਿਆ ਆ ਕੇ ਪਾਪੀਆ ਤੂੰ ਦੂਰ ਆ ਕੇ ਵਸਿਆ ਆ ਕੇ ਪਾਪੀਆ ਤੂੰ ਦੂਰ ਆ ਕੇ ਵਸਿਆ ਇਨੀ ਗੱਲ ਕਹਿ ਕੇ ਜੋਦਾ ਭੁੱਖੇ ਸ਼ੇਰ ਵਾਂਗੂ ਪੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ
ਭੱਜ ਲਾ ਜੇ ਭੱਜ ਹੁੰਦਾ ਬਚ ਲਾ ਰੇ ਬਚ ਹੁੰਦਾ ਅੱਜ ਤੇਰੇ ਕੋਲੋਂ ਏ ਭੱਜ ਲਾ ਜੇ ਭੱਜ ਹੁੰਦਾ ਬਚ ਲਾ ਰੇ ਬਚ ਹੁੰਦਾ ਅੱਜ ਤੇਰੇ ਕੋਲੋਂ ਏ ਦੱਸ ਹੁਣ ਬਚ ਕੇ ਤੂੰ ਕਿੱਥੇ ਜਾਏਗਾ ਅੱਜ ਮੇਰੇ ਕੋਲੋਂ ਏ ਦੱਸ ਹੁਣ ਬਚ ਕੇ ਤੂੰ ਕਿੱਥੇ ਜਾਏਗਾ ਅੱਜ ਮੇਰੇ ਕੋਲੋਂ ਏ ਬੜਾ ਹੀ ਜ਼ੁਲਮ ਅਸੀਂ ਸੀਨੇ ਉੱਤੇ ਸਹਿ ਲਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਤੁਸੀਂ ਜੇ ਮਾਸੂਮਾਂ ਉੱਤੇ ਬਿਨਾਂ ਗੱਲੋਂ ਜ਼ੁਲਮ ਕਮਾਉਣਾ ਜਾਣਦੇ ਅਸੀਂ ਅਣਖੀਲੇ ਫਿਰ ਚੰਗੀ ਤਰ੍ਹਾਂ ਸਬਕ ਸਿਖਾਉਣਾ ਜਾਣਦੇ ਤੁਸੀਂ ਜੇ ਮਾਸੂਮਾਂ ਉੱਤੇ ਬਿਨਾਂ ਗੱਲੋਂ ਜ਼ੁਲਮ ਕਮਾਉਣਾ ਜਾਣਦੇ ਅਸੀਂ ਅਣਖੀਲੇ ਫਿਰ ਚੰਗੀ ਤਰ੍ਹਾਂ ਸਬਕ ਸਿਖਾਉਣਾ ਜਾਣਦੇ ਗੋਲੀਆਂ ਦੇ ਮੂੰਹ ਵਿੱਚ ਗੋਰਾ ਢਹਿ ਢੇਰੀ ਹੋ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਲਾਓ ਹੱਥ ਘੜੀਆਂ ਤੇ ਫੜ ਲਓ ਮੈਨੂੰ ਮੈਂ ਨਹੀਂ ਜਾਣਾ ਭੱਜ ਕੇ ਮੁੱਕੋ ਜਿੰਦਾਬਾਦ ਆਖਦਾ ਸੀ ਉਹ ਗੱਜ ਗੱਜ ਕੇ ਕੋਲੇ ਕਲਾਂ ਦਾ ਸਿੱਖ ਕਹਿੰਦਾ ਹੁਣ ਭਾਰ ਸਿਰੋਂ ਲੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਆਖਦਾ ਉਦਮ ਸਿੰਘ ਤੈਨੂੰ ਮਾਰ ਕੇ ਭਾਰ ਸਿਰੋਂ ਲੈ ਗਿਆ ਜੈ ਸ਼੍ਰੀ ਰਾਮ ਇਹ ਸੀ ਦਰਸ਼ਨ ਘੋਲੀਆ ਜਿਹੜੇ ਕਿ ਇੱਕ ਸੰਘਰਸ਼ੀਲ ਗੀਤ ਸਾਡੇ ਨਾਲ ਸਾਂਝਾ ਕਰਕੇ ਗਏ ਹੈ ਮੰਚ ਵੱਲੋਂ ਉਹਨਾਂ ਦਾ ਧੰਨਵਾਦ ਤੇ ਹੁਣ ਮੈਂ ਅਗਲੇ ਸਾਹਿਤਕਾਰ ਦੋਸਤ ਨੂੰ ਮੰਚ ਤੋਂ ਸੱਦਾ ਦੇਵਾਂ ਸਾਹਿਤਕਾਰ ਜਸਵਿੰਦਰ ਸਿੰਘ ਉਹ ਆਪਣੀ ਰਚਨਾ ਲੈ ਕੇ ਮੰਚ ਤੇ ਆਉਣ ਤੇ ਮੇਰੇ ਅਗਲੇ ਸਾਹਿਤਕਾਰ ਸਾਥੀ ਪ੍ਰਦੀਪ ਘੋਲੀਆ ਜੀ ਉਹ ਤਿਆਰੀ ਰੱਖਣ ਜਸਵਿੰਦਰ ਸਿੰਘ ਪਰਿਵਾਰ 'ਚ ਅਜਿਹੀ ਸਥਿਤੀ ਹੈ ਬੱਚਾ ਪੈਦਾ ਹੋਣ ਵਾਲਾ ਦੋਨੇ ਮੀਆਂ ਵੀ ਗੱਲ ਕਰ ਰਹੇ ਆ ਕੀ ਕਰ ਰਹੇ ਹੋ ਇਸ ਤਰ੍ਹਾਂ ਬਹਿ ਕੇ ਗੱਲ ਸੁਣ ਮੇਰੀ ਇੱਕ ਸਾਥਣੇ ਕੱਲ ਮਨ 'ਚ ਵਿਚਾਰ ਕੀਤੀ ਆਥਣੇ ਬਹਿ ਕੇ ਗੱਲ ਸੁਣ ਮੇਰੀ ਇੱਕ ਸਾਥਣੇ ਕੱਲ ਮਨ 'ਚ ਵਿਚਾਰ ਕੀਤੀ ਆਥਣੇ ਰਾਤੀ ਸਕਿਆ ਨਾ ਆਖ ਨਾ ਮੈਂ ਸੁੱਤਾ ਸਾਰੀ ਰਾਤ ਸਕਿਆ ਨਾ ਆਖ ਨਾ ਮੈਂ ਸੁੱਤਾ ਸਾਰੀ ਰਾਤ ਜਿਹੜੀ ਗੱਲ ਹੁਣ ਬੁੱਲਾਂ ਉੱਤੇ ਆਈਏ ਨੀ ਪੁੱਤ ਜੰਮੇ ਹੁਣ ਖੁਸ਼ੀਆਂ ਚੱਲ ਸ਼ਹਿਰੋਂ ਆਪਾਂ ਟੈਸਟ ਕਰਾਈਏ ਨੀ ਪੁੱਤ ਜੰਮੇ ਹੁਣ ਖੁਸ਼ੀਆਂ ਤੂੰ ਕੀ ਜਾਣੇ ਚੰਨਾ ਤੀਆਂ ਦਾ ਪਿਆਰ ਵੇ ਤੀਆਂ ਹੁੰਦੀਆਂ ਨੇ ਘਰ ਦਾ ਸ਼ਿੰਗਾਰ ਵੇ ਤੂੰ ਕੀ ਜਾਣੇ ਚੰਨਾ ਤੀਆਂ ਦਾ ਪਿਆਰ ਵੇ ਤੀਆਂ ਹੁੰਦੀਆਂ ਨੇ ਘਰ ਦਾ ਸ਼ਿੰਗਾਰ ਵੇ ਮੇਰੀ ਸੱਸੜੀ ਵੀ ਸੀ ਚੰਨਾ ਕਿਸੇ ਦੀ ਤਾਤੀ ਮੇਰੀ ਸੱਸੜੀ ਵੀ ਸੀ ਚੰਨਾ ਕਿਸੇ ਦੀ ਤਾਤੀ ਜਿਹਨੇ ਤੈਨੂੰ ਇਹ ਦੁਨੀਆ ਵਿਖਾਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ ਜਿਹੜੀ ਬਾਹਰਲੇ ਮੁਲਕ ਵਿੱਚੋਂ ਆਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ ਪੁੱਤ ਹੁੰਦੇ ਨੇ ਚਿਰਾਗ ਘਰ ਬਾਰ ਦੇ ਮੇਰੀ ਗੱਲ ਨੂੰ ਸਮਝ ਨਾਲ ਪਿਆਰ ਦੇ ਪੁੱਤ ਹੁੰਦੇ ਨੇ ਚਿਰਾਗ ਘਰ ਬਾਰ ਦੇ ਮੇਰੀ ਗੱਲ ਨੂੰ ਸਮਝ ਨਾਲ ਪਿਆਰ ਦੇ ਹੋ ਜਾਈਏ ਕਿਸੇ ਵਿਦ ਐਵੇਂ ਕਰੀਦੀ ਨੀ ਜਿੱਦ ਹੋ ਜਾਈਏ ਕਿਸੇ ਵਿਦ ਐਵੇਂ ਕਰੀਦੀ ਨੀ ਜਿੱਦ ਆਪਾਂ ਆਉਣ ਵਾਲਾ ਕੱਲ ਰੁਸ਼ਨਾਈਏ ਨੀ ਪੁੱਤ ਜੰਮੇ ਹੁਣ ਖੁਸ਼ੀਆਂ ਚੱਲ ਸ਼ਹਿਰੋਂ ਆਪਾਂ ਟੈਸਟ ਕਰਾਈਏ ਨੀ ਪੁੱਤ ਜੰਮੇ ਹੁਣ ਖੁਸ਼ੀਆਂ ਤੀਆਂ ਪੁੱਤਾਂ ਨਾਲੋਂ ਵੱਧ ਲੈਣ ਪਿਆਰ ਵੇ ਘਰ ਆਪਣੇ ਹੀ ਜਾਤੀ ਲੈ ਤੂੰ ਮਾਰ ਵੇ ਤੀਆਂ ਪੁੱਤਾਂ ਨਾਲੋਂ ਵੱਧ ਲੈਣ ਪਿਆਰ ਵੇ ਘਰ ਆਪਣੇ ਹੀ ਜਾਤੀ ਲੈ ਤੂੰ ਮਾਰ ਵੇ ਚੰਨਾ ਆਖਦਾ ਏ ਕੀ ਲੱਗੇ ਉਹਦੇ ਨਾਨਾ ਜੀ ਚੰਨਾ ਆਖਦਾ ਏ ਕੀ ਲੱਗੇ ਉਹਦੇ ਨਾਨਾ ਜੀ ਰੋਂਦੀ ਜਿੱਦੇ ਦੀ ਨਨਾਣ ਡੋਲੀ ਪਾਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ ਜਿਹੜੀ ਬਾਹਰਲੇ ਮੁਲਕ ਵਿੱਚੋਂ ਆਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ ਨਾ ਜਾਗੀ ਉੱਤੇ ਰਹਿੰਦਾ ਪੁੱਤਾਂ ਨਾਲ ਨੀ ਪੁੱਤ ਲੈਂਦੇ ਨੇ ਬੁਢਾਪੇ 'ਚ ਸੰਭਾਲਨੀ ਨਾ ਜਾਗੀ ਉੱਤੇ ਰਹਿੰਦਾ ਪੁੱਤਾਂ ਨਾਲ ਨੀ ਪੁੱਤ ਲੈਂਦੇ ਨੇ ਬੁਢਾਪੇ 'ਚ ਸੰਭਾਲਨੀ ਭਲੀ ਰੱਬ ਜੇ ਕਰੀ ਸਾਡੇ ਬੱਜ ਜੂ ਸ਼ਰੀ ਭਲੀ ਰੱਬ ਜੇ ਕਰੀ ਸਾਡੇ ਬੱਜ ਜੂ ਸ਼ਰੀ ਕਾਤੋਂ ਕਰਮਾਂ ਤੇ ਗੱਲ ਸਿੱਟੀ ਜਾਈਏ ਨੀ ਪੁੱਤ ਜੰਮੇ ਹੋਣ ਖੁਸ਼ੀਆਂ
ਚੱਲ ਸ਼ਹਿਰੋਂ ਆਪਾਂ ਟੈਸਟ ਕਰਾਈਏ ਨੀ ਪੁੱਤ ਜੰਮੇ ਹੋਣ ਖੁਸ਼ੀਆਂ ਭਾਵੇਂ ਪੁੱਛ ਜਸਵਿੰਦਰ ਤੋਂ ਹਾਣੀਆਂ ਹੁਣ ਮਾਪਿਆਂ ਦੀ ਲਾਜ ਧੀਆਂ ਰਾਣੀਆਂ ਭਾਵੇਂ ਪੁੱਛ ਜਸਵਿੰਦਰ ਤੋਂ ਹਾਣੀਆਂ ਹੁਣ ਮਾਪਿਆਂ ਦੀ ਲਾਜ ਧੀਆਂ ਰਾਣੀਆਂ ਦਿਲੋਂ ਕੱਢ ਲੈ ਭੁਲੇਖੇ ਤਾਂ ਕਰਮਾਂ ਦੇ ਲੇਖੇ ਦਿਲੋਂ ਕੱਢ ਲੈ ਭੁਲੇਖੇ ਤਾਂ ਕਰਮਾਂ ਦੇ ਲੇਖੇ ਖਾਂਦਾ ਕੋਈ ਪੁੱਤਾਂ ਦੀ ਕਮਾਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ ਜਿਹੜੀ ਬਾਹਰਲੇ ਮੁਲਕ ਵਿੱਚੋਂ ਆਈ ਵਿੱਚ ਅੰਦਰੀ ਮਸ਼ੀਨ ਟੁੱਟ ਜੇ। ਮਿਹਰਬਾਨੀ। ਬਹੁਤ ਧੰਨਵਾਦ ਜਸਵਿੰਦਰ ਸਿੰਘ ਦਾ, ਜਿਨ੍ਹਾਂ ਨੇ ਭਰੂਣ ਹੱਤਿਆ ਸਮਾਜਿਕ ਬੁਰਾਈ ਨੂੰ ਸੰਬੋਧਨ ਕਰਦਾ ਆਪਣਾ ਗੀਤ ਮੰਚ ਤੋਂ ਪੇਸ਼ ਕੀਤਾ ਹੈ। ਤੇ ਹੁਣ ਬੇਨਤੀ ਕਰਾਂ ਮੈਂ ਅਗਲੇ ਸਾਹਿਤਕਾਰ ਸਾਥੀ ਪ੍ਰਦੀਪ ਘੋਲੀਆ ਜੀ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਸਟੇਜ ਤੇ ਆਉਣ ਤੇ ਇਹਨਾਂ ਤੋਂ ਬਾਅਦ ਤਿਆਰੀ ਰੱਖਣ ਗੁਰਚਰਨ ਸਿੰਘ ਤੇ ਹੁਣ ਪ੍ਰਦੀਪ ਘੋਲੀਆ। ਤੇ ਹੁਣ ਮੈਂ ਤੁਹਾਡੇ ਸਾਹਮਣੇ ਆਪਣੀ ਇੱਕ ਛੋਟੀ ਜੀ ਰਚਨਾ ਦੇ ਚੰਦ ਸ਼ੇਰ ਪੇਸ਼ ਕਰਨ ਜਾ ਰਿਹਾ। ਉਮੀਦ ਹੈ ਕਿ ਤੁਸੀਂ ਜ਼ਰੂਰ ਪਿਆਰ ਬਖਸ਼ੋਗੇ। ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਮੈਂ ਆਪਣੇ ਵੱਡੇ ਵੀਰ ਅਮਰ ਘੋਲੀਆ ਦੀ ਆ, ਜੋ ਕਿ ਪਿੰਡ ਦੇ ਵਿੱਚ ਨਹੀਂ ਰਹਿੰਦੇ, ਬਾਗੇ ਪੁਰਾਣੇ ਰਹਿੰਦੇ ਹੋਏ ਵੀ ਸਾਨੂੰ ਇੱਥੇ ਪ੍ਰੋਗਰਾਮ ਕਰਨ ਦੇ ਵਿੱਚ ਥੋੜੀ ਮੋਟੀ ਤਕਲੀਫ ਆਉਂਦੀ ਆ, ਕਿਉਂਕਿ ਮੇਰੇ ਨਾਲ ਦੇ ਅੱਜ ਜਿਹੜੇ ਪ੍ਰਬੰਧਕ ਵੀਰ ਹੈਗੇ ਆ ਉਹ ਮੌਜੂਦ ਨਹੀਂ ਸੀਗੇ, ਕਿਸੇ ਕਾਰਨ ਕਰਕੇ ਉਹਨਾਂ ਨੂੰ ਬਾਹਰ ਜਾਣਾ ਪਿਆ। ਫਿਰ ਵੀ ਮੇਰੇ ਨਾਲ ਛੋਟੇ ਵੀਰ ਸੋਨੀ ਤੇ ਜਗਦੀਪ ਨੇ ਬਹੁਤ ਹੈਲਪ ਕਰਾਈ ਤੇ ਬਾਈ ਅਮਰ ਘੋਲੀਆ ਜੀ ਇੱਥੋਂ ਬਾਗੇ ਪੁਰਾਣੋਂ ਆ ਕੇ ਵੀ ਉਹਨਾਂ ਨੇ ਜਣੀ ਬਖੂਬੀ ਆਪਦੀ ਜਿਹੜੀ ਜ਼ਿੰਮੇਵਾਰੀ ਬਹੁਤ ਨਿਭਾਈ। ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹਿਣੀ ਚਾਹੁੰਦਾ ਤੇ ਦਿਲੋਂ ਧੰਨਵਾਦ ਕਰਦਾ ਵੀ ਬਾਈ ਜੇ ਅੱਜ ਆਉਣ 'ਚ ਥੋੜਾ ਜਿਹਾ ਲੇਟ ਹੋ ਗਏ ਤਾਂ ਉਹਦੇ ਵਾਸਤੇ ਮੈਂ ਸਾਰਿਆਂ ਦੇ ਸਾਹਮਣੇ ਸੌਰੀ ਫੀਲ ਕਰਦਾ ਤੁਹਾਡੇ ਤੋਂ। ਤੇ ਹੁਣ ਮੈਂ ਆਪਣੀ ਰਚਨਾ ਦੇ ਚੰਦ ਸ਼ੇਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ। ਮੇਰਾ ਦਿਲ ਕਰਦਾ ਮੈਂ ਵੇਲ ਬਣਾ ਜਾਂ ਬਣ ਰੋਹੀ ਦਾ ਰੁੱਖ ਜਾਵਾਂ। ਮੇਰਾ ਦਿਲ ਕਰਦਾ ਮੈਂ ਵੇਲ ਬਣਾ ਜਾਂ ਬਣ ਰੋਹੀ ਦਾ ਰੁੱਖ ਜਾਵਾਂ। ਇੱਕ ਚਿੱਤ ਕਰਦਾ ਮੈਂ ਟਾਹਣ ਬਣਾ ਤੇ ਹੋ ਪੱਤਾ ਪੱਤਾ ਟੁੱਟ ਜਾਵਾਂ। ਮੇਰਾ ਦਿਲ ਕਰਦਾ ਮੈਂ ਵੇਲ ਬਣਾ ਜਾਂ ਬਣ ਰੋਹੀ ਦਾ ਰੁੱਖ ਜਾਵਾਂ। ਇੱਕ ਚਿੱਤ ਕਰਦਾ ਮੈਂ ਟਾਹਣ ਬਣਾ ਤੇ ਹੋ ਪੱਤਾ ਪੱਤਾ ਟੁੱਟ ਜਾਵਾਂ। ਤੂੰ ਖਾਣ ਨੂੰ ਲੋਚੇ ਬਾਰ-ਬਾਰ, ਤੂੰ ਖਾਣ ਨੂੰ ਲੋਚੇ ਬਾਰ-ਬਾਰ, ਬਣ ਤੇਰੀ ਚੰਦਰੀ ਭੁੱਖ ਜਾਵਾਂ। ਨਾ ਸਾਹ ਆਵੇ ਨਾ ਸਾਹ ਜਾਵੇ, ਨਾ ਸਾਹ ਆਵੇ ਨਾ ਸਾਹ ਜਾਵੇ, ਤੇਰੇ ਬਾਝੋਂ ਮੈਂ ਬਣ ਬੁੱਤ ਜਾਵਾਂ। ਨਾ ਮਿਲਿਆ ਨਾ ਕੁਝ ਮਿਲਣਾ ਏ, ਨਾ ਮਿਲਿਆ ਨਾ ਕੁਝ ਮਿਲਣਾ ਏ, ਬਣ ਸਬਰਾਂ ਦੀ ਜੇ ਘੁੱਟ ਜਾਵਾਂ। ਜਾਂ ਠੰਡ 'ਚ ਠਰਦੇ ਪਿੰਡਿਆਂ ਲਈ ਬਣ ਤੇਜ ਚਮਕਦੀ ਧੁੱਪ ਜਾਵਾਂ। ਜਾਂ ਠੰਡ 'ਚ ਠਰਦੇ ਪਿੰਡਿਆਂ ਲਈ ਬਣ ਤੇਜ ਚਮਕਦੀ ਧੁੱਪ ਜਾਵਾਂ। ਵਾਰਿਸ ਨਾ ਲੱਭੇ ਜਿਸ ਵਿਧਵਾ ਨੂੰ, ਵਾਰਿਸ ਨਾ ਲੱਭੇ ਜਿਸ ਵਿਧਵਾ ਨੂੰ, ਬਣ ਐਸੀ ਮਾਂ ਦੀ ਕੁੱਖ ਜਾਵਾਂ। ਬਣਾ ਜ਼ਹਿਰ ਨਾਗਣੀ ਕਾਲੀ ਦਾ ਤੇ ਆਪਣੇ ਬੁੱਲ ਹੀ ਟੁੱਕ ਜਾਵਾਂ। ਬਣਾ ਜ਼ਹਿਰ ਨਾਗਣੀ ਕਾਲੀ ਦਾ ਤੇ ਆਪਣੇ ਬੁੱਲ ਹੀ ਟੁੱਕ ਜਾਵਾਂ। ਕਦੇ ਦਿਲ ਕਰਦਾ ਮੈਂ ਨਦੀ ਬਣਾ, ਮੇਰਾ ਦਿਲ ਕਰਦਾ ਮੈਂ ਨਦੀ ਬਣਾ ਤੇ ਵਿੱਚ ਮਾਰੂ ਥਲਦੇ ਮੁੱਕ ਜਾਵਾਂ। ਮੇਰਾ ਦਿਲ ਕਰਦਾ ਮੈਂ ਦੀਪ ਬਣਾ, ਕਦੇ ਦਿਲ ਕਰਦਾ ਮੈਂ ਦੀਪ ਬਣਾ ਤੇ ਹਰ ਵਿਹੜੇ ਚਾਨਣ ਪੁੱਕ ਜਾਵਾਂ। ਹਰ ਵਿਹੜੇ ਚਾਨਣ ਪੁੱਕ ਜਾਵਾਂ। ਧੰਨਵਾਦ। ਬਹੁਤ ਧੰਨਵਾਦ ਪ੍ਰਦੀਪ ਘੋਲੀਆ ਜੀ ਦਾ। ਬੜੀ ਖੂਬਸੂਰਤ ਗਜ਼ਲ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਮੰਚ ਤੋਂ। ਤੇ ਮੈਂ ਸੱਦਾ ਦੇਣ ਜਾ ਰਿਹਾ ਅਗਲੇ ਸਾਹਿਤਕਾਰ ਗੁਰਚਰਨ ਸਿੰਘ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਮੰਚ ਤੋਂ ਹਾਜ਼ਰੀ ਲਵਾਉਣ ਤੇ ਆਪਣੀ ਵਾਰੀ ਦੀ ਉਡੀਕ ਵਿੱਚ ਲਖਵੀਰ ਸਮਾਧਵੀ ਉਹ ਬੈਠੇ ਆ, ਇਹ ਤੋਂ ਅੱਗੇ ਤਿਆਰ ਰਹਿਣ। ਹੁਣ ਗੁਰਚਰਨ ਸਿੰਘ। ਮੈਂ ਆਪ ਜੀ ਸਾਹਮਣੇ ਇੱਕ ਰਚਨਾ ਪੇਸ਼ ਕਰਨ ਜਾ ਰਿਹਾ ਹਾਂ। ਨਸ਼ੇ ਹਰ ਪਾਸੇ ਨਸ਼ਿਆਂ ਨੇ ਇੱਕ ਐਸੀ ਪਕੜ ਬਣਾਈ, ਦੂਰ ਦੂਰ ਤੱਕ ਹੁੰਦੀ ਜਾਂਦੀ ਕਿਉਂ ਇਹ ਧੂਣ ਸਵਾਈ। ਕਿੱਦਾਂ ਖਤਮ ਹੋਵੇਗੀ ਇਹ ਲਹਿਰ, ਹਰ ਪਾਸੇ ਨਸ਼ੇ ਧਮਾਲ ਮਚਾਈ। ਜ਼ਹਿਰ ਉਭਰਿਆ ਏ ਹਰ ਬੋਤਲ ਤੇ ਫਿਰ ਵੀ ਲੋਕਾਂ ਲੈਣ ਲਗਾਈ।
ਕੀ ਹੋਵੇਗਾ ਭਵਿੱਖ ਮਲਕ ਦਾ, ਜਵਾਨੀ ਨੂੰ ਜਾਂਦੀ ਏ ਖਾਈ, ਨਸ਼ਿਆਂ ਦੀ ਲਤ ਬੁਰੀ ਘੋਲੀਆ, ਕਹੇ ਗੁਰਚਰਨ ਮਲਕ ਪਹਿਲਾਂ ਹੀ ਕਰ ਜਾਈ। ਥੈਂਕਸ। ਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਅਗਲੇ ਸਾਹਿਤਕਾਰ ਲਖਵੀਰ ਸਮਾਧਵੀ ਨੂੰ ਕਿ ਉਹ ਆਪਣੀ ਰਚਨਾ ਲੈ ਕੇ ਮੰਚ ਤੇ ਆਉਣ। ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਜਾਇਓ ਨਾ, ਮੇਰੀ ਆਪਦੀ ਕਾਨਫਰੰਸ ਸੁਣ ਕੇ। ਸਾਹਿਤਕ ਸੱਤ ਘੋਲੀਆ ਕਲਾਂ ਵਿੱਚ ਵਿਰਾਜਮਾਨ ਸਾਰੇ ਸਾਹਿਤਕਾਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਆਪ ਸਭ ਸਾਹਮਣੇ ਪਿਛਲੀ ਵਾਰ ਦੀ ਤਰ੍ਹਾਂ ਆਪਣੀ ਇੱਕ ਹੀ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਤੇ ਉਮੀਦ ਆ ਤੁਹਾਨੂੰ ਪਸੰਦ ਆਊਗੀ। ਇਹ ਜੀ ਇੱਕ ਗਜ਼ਲ ਹੈ ਜੀ, ਜਰਾ ਧਿਆਨ ਦੇਣਾ। ਉਂਝ ਤਾਂ ਤੇਰਾ ਮੇਰੇ ਬਿਨ ਵੀ ਸਰ ਜਾਣਾ ਸੀ, ਉਂਝ ਤਾਂ ਤੇਰਾ ਮੇਰੇ ਬਿਨ ਵੀ ਸਰ ਜਾਣਾ ਸੀ, ਜ਼ਖਮ ਦਾ ਕੀਏ ਹੌਲੀ ਹੌਲੀ ਭਰ ਜਾਣਾ ਸੀ। ਉਂਝ ਤਾਂ ਤੇਰਾ ਮੇਰੇ ਬਿਨ ਵੀ ਸਰ ਜਾਣਾ ਸੀ, ਜ਼ਖਮ ਦਾ ਕੀਏ ਹੌਲੀ ਹੌਲੀ ਭਰ ਜਾਣਾ ਸੀ। ਦਿਲ ਦੇ ਚੰਦਰੇ ਦਰਦ ਦਾ ਦਾਰੂ ਤੂੰ ਸੱਜਣਾ, ਦਿਲ ਦੇ ਚੰਦਰੇ ਦਰਦ ਦਾ ਦਾਰੂ ਤੂੰ ਸੱਜਣਾ, ਤੇਰੇ ਦਰ ਬਿਨ ਦੱਸ ਮੈਂ ਕਿਹੜੇ ਦਰ ਜਾਣਾ ਸੀ, ਤੇਰੇ ਦਰ ਬਿਨ ਦੱਸ ਮੈਂ ਕਿਹੜੇ ਦਰ ਜਾਣਾ ਸੀ। ਰੂਹ ਦੇ ਰੁੱਖ ਲਈ ਯਾਦ ਤੇਰੀ ਹੈ ਖਾਦ ਬਣੀ, ਰੂਹ ਦੇ ਰੁੱਖ ਲਈ ਯਾਦ ਤੇਰੀ ਹੈ ਖਾਦ ਬਣੀ, ਨਹੀਂ ਤਾਂ ਹੁਣ ਤੱਕ ਪੱਤਾ ਪੱਤਾ ਝੜ ਜਾਣਾ ਸੀ, ਨਹੀਂ ਤਾਂ ਹੁਣ ਤੱਕ ਪੱਤਾ ਪੱਤਾ ਝੜ ਜਾਣਾ ਸੀ। ਦੱਸ ਦਿੰਦਾ ਜੇ ਜਦ ਸੀ ਤੈਨੂੰ ਜਿੱਤਣੇ ਦੀ, ਦੱਸ ਦਿੰਦਾ ਜੇ ਜਦ ਸੀ ਤੈਨੂੰ ਜਿੱਤਣੇ ਦੀ, ਬਿਨ ਖੇਡੇ ਹੀ ਬਾਜੀ ਮੈਂ ਤਾਂ ਹਾਰ ਜਾਣਾ ਸੀ, ਬਿਨ ਖੇਡੇ ਹੀ ਬਾਜੀ ਮੈਂ ਤਾਂ ਹਾਰ ਜਾਣਾ ਸੀ। ਤੇਰੀ ਸ਼ੋਅ ਚੁਆਤੀ ਲਾ ਗਵਾਲ ਗਈ, ਤੇਰੀ ਸ਼ੋਅ ਚੁਆਤੀ ਲਾ ਗਵਾਲ ਗਈ, ਨਹੀਂ ਤਾਂ ਮੇਰੀ ਰਾਖ ਨੇ ਹੁਣ ਤੱਕ ਠਰ ਜਾਣਾ ਸੀ, ਨਹੀਂ ਤਾਂ ਮੇਰੀ ਰਾਖ ਨੇ ਹੁਣ ਤੱਕ ਠਰ ਜਾਣਾ ਸੀ। ਛੱਡ ਦਿੰਦਾ ਇੰਜ ਵਾਰ ਜਿਗਰ ਤੇ ਨਾ ਕਰਦਾ, ਛੱਡ ਦਿੰਦਾ ਇੰਜ ਵਾਰ ਜਿਗਰ ਤੇ ਨਾ ਕਰਦਾ, ਤੈਥੋਂ ਵਿਛੜ ਕੇ ਵੈਸੇ ਵੀ ਮੈਂ ਮਰ ਜਾਣਾ ਸੀ, ਵੈਸੇ ਵੀ ਮੈਂ ਮਰ ਜਾਣਾ ਸੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਖਵੀਰ ਸਮਾਧਵੀ ਦੀ ਇਹ ਗਜ਼ਲ ਬਹੁਤ ਹੀ ਪਿਆਰੀ ਗਜ਼ਲ, ਬਹੁਤ ਹੀ ਭਾਵਪੂਰਨ ਗਜ਼ਲ ਜਿਹੜੀ ਹੈਗੀ ਆ, ਅਸੀਂ ਕਹਿ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਇਹ ਵੀਰ ਇਸੇ ਤਰ੍ਹਾਂ ਹੀ ਹਾਜ਼ਰੀ ਲਾਉਂਦਾ ਰਹੇਗਾ ਤੇ ਸਾਡੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਂਦਾ ਰਹੇਗਾ। ਹੁਣ ਮੈਂ ਬੇਨਤੀ ਕਰਾਂਗਾ ਇਸ ਪ੍ਰੋਗਰਾਮ ਦੇ ਸੰਚਾਲਕ ਸੁਖਵਿੰਦਰ ਘੋਲੀਆ ਨੂੰ ਕਿ ਉਹ ਵੀ ਆਪਣੀ ਇੱਕ ਰਚਨਾ ਸਾਡੇ ਨਾਲ ਸਾਂਝੀ ਕਰਨ। ਸੁਖਵਿੰਦਰ ਘੋਲੀਆ। ਬਹੁਤ ਹੀ ਪਿਆਰੇ ਸਾਹਿਤਕਾਰ ਦੋਸਤੋ, ਅਸੀਂ ਮੰਚ ਤੋਂ ਸਾਰਿਆਂ ਦੇ ਧੰਨਵਾਦੀ ਹਾਂ ਤੇ ਵਿਸ਼ੇਸ਼ ਕਰਕੇ ਸਾਡੇ ਕੈਮਰਾਮੈਨ ਦੇ, ਜਿਨ੍ਹਾਂ ਦੇ ਜ਼ਰੀਏ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਣਾ ਹੈ। ਮੈਂ ਆਪਣੀ ਰਚਨਾ ਲੈ ਕੇ ਪੇਸ਼ ਹਾਂ। ਮੈਥੋਂ ਪਹਿਲਾਂ ਮੇਰੇ ਵੱਡੇ ਵੀਰ ਗੁਰਤੇਜ ਆਪਣੇ ਵਿਚਾਰਾਂ ਦੇ ਵਿੱਚ ਕੁਝ ਰਿਸ਼ਤਿਆਂ ਦੀ ਗੱਲ ਕਰਕੇ ਗਏ ਸੀ, ਤਾਂ ਮੇਰੀ ਰਚਨਾ ਵੀ ਉਹਨਾਂ ਰਿਸ਼ਤਿਆਂ ਨੂੰ ਮੁਖਾਤਿਬ ਹੈ। ਮੇਰੀ ਰਚਨਾ ਹੈ ਸਵਾਲ। ਆਦਮੀ ਲਈ ਆਦਮੀ, ਆਦਮੀ ਲਈ ਆਦਮੀ ਦੇ ਮਨ ਦੇ ਅੰਦਰ ਬੇਰੁਖੀ ਕਿਉਂ ਮਨਾਂ ਵਿੱਚ ਉੱਗ ਪਈ, ਇਹ ਕੀ ਪਤਾ ਕਿਉਂ ਮਨਾਂ ਵਿੱਚ ਉੱਗ ਪਈ, ਇਹ ਕੀ ਪਤਾ। ਆਦਮੀ ਲਈ ਆਦਮੀ ਦੇ ਮਨ ਦੇ ਅੰਦਰ ਬੇਰੁਖੀ ਕਿਉਂ ਮਨਾਂ ਵਿੱਚ ਉੱਗ ਪਈ, ਇਹ ਕੀ ਪਤਾ। ਕਿਉਂ ਹਨੇਰਾ ਪਸਰਿਆ ਹੈ ਹਰ ਘੜੀ ਹਰ ਪਹਿਰ ਤੇ, ਕਿਸ ਕੋਨੇ ਜਾ ਛੁਪੀ ਫਿਰ ਰੋਸ਼ਨੀ, ਇਹ ਕੀ ਪਤਾ। ਕਿਸ ਕੋਨੇ ਜਾ ਛੁਪੀ ਫਿਰ ਰੋਸ਼ਨੀ, ਇਹ ਕੀ ਪਤਾ। ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਤਿੜਕਣੇ ਦੀ ਆਵਾਜ਼ ਹੈ, ਉੱਗ ਨਹੀਂ
ਰਿਸ਼ਤਿਆਂ ਵਿੱਚ ਪਿਆਰ ਦੀ ਥਾਂ ਤਿੜਕਣੇ ਦੀ ਆਵਾਜ਼ ਹੈ। ਉੱਗਦੇ ਨਹੀਂ ਸਾਂਝ ਦੇ ਵੀ ਕੀ ਪਤਾ ਇਹ ਕੀ ਪਤਾ। ਉੱਗਦੇ ਨਹੀਂ ਸਾਂਝ ਦੇ ਵੀ ਕੀ ਪਤਾ ਇਹ ਕੀ ਪਤਾ। ऐसा कि राखश फिर गया के उड्डियां मुहब्बतां। ऐसा कि राखश फिर गया के उड्डियां मुहब्बतां। नफरतां क्यों उपजियां ने की पता यह की पता। नफरतां क्यों उपजियां ने की पता यह की पता। जात नाले नस्ल दे ते धर्म दे खंभ निकले। पर कुदरते एकता दे क्यों किसे ने की पता। पर कुदरते एकता दे क्यों किसे ने की पता। पाड़ियां ते तलखियां नूं पावना सी जिस कबर। पाड़ियां ते तलखियां नूं पावना सी जिस कबर। पाए उस थां बोल मिठड़े क्यों किसे ने की पता। पाए उस थां बोल मिठड़े क्यों किसे ने की पता। की भला हौमे कोई जां पाड़ियां खुद गर्जियां। मन दे न पूरा दर्द ए बेदर्द हो गए की पता। की भला हौमे कोई जां पाड़ियां खुद गर्जियां। मन दे न पूरा दर्द ए बेदर्द हो गए की पता। बेदर्द हो गए की पता। भुल गए जां लज दी इक लरज दी जही तंद नूं। संगां दे पर्दे चुक के बेपर्द हो गए की पता। भुल गए जां लज दी इक लरज दी जही तंद नूं। संगां दे पर्दे चुक के बेपर्द हो गए की पता। बेपर्द हो गए की पता। धन्यवाद। मैं पेश करन जा रहा है साडी अज दी इस महफल साहित्यक महफल दे अगले साहित्यकार साथी दविंदर जी नूं कि वो अपनी रचना लैके मंच ते हाज़र होण। दविंदर जिन्ना तो असीं सिੱਖਿਆ उन्हां सामने अपने दिल दीयां भावनावां बोलणियां बहुत ही वड्डी गल हुंदी है। पर फिर भी मैं कोशिश करदा जो मैं लिखिया मैनूं आस है कि तुहानूं जरूर पसंद आवे। इस गीत का टाइटल है जी उमरां दे वादे कर जो रब भी ना तोड़ सके। उमरां दे वादे कर जो रब भी ना तोड़ सके। उमरां दे वादे कर जो रब भी ना तोड़ सके। ऐसा यार नूं तू पाई यार नूं तू पाई के मुख भी ना मोड़ सके। उमरां दे वादे कर जो रब भी ना तोड़ सके। उमरां दे वादे कर जो रब भी ना तोड़ सके। इक इक वादे नूं निभाउणा जान वार के। जग नूं जितना है सब कुछ हार के। इक इक वादे नूं निभाउणा जान वार के। जग नूं जितना है सब कुछ हार के। लखां ही तूफान आउण ना प्यार साडा रोड़ सके। उमरां दे वादे कर जो रब भी ना तोड़ सके। उमरां दे वादे कर
जो रब भी ना तोड़ सके। जद ही तू दुनिया ते आवें तद ही मैं आवां, तद ही मैं आवां। तैनू रब बुलावे ते उठ मैं जावां, ते उठ मैं जावां। रिश्ते ने रूहां दे ना कड कोई खोर सके। उमरां दे वादे कर जो रब भी ना तोड़ सके। उमरां दे वादे कर जो रब भी ना तोड़ सके। मेरे तनैणियों दी दीद दे प्यासे आ वख ना कोई कर सके। एक सिक्के दे दो पासे आ। मेरे तनैणियों दी दीद दे प्यासे आ वख ना कोई कर सके। एक सिक्के दे दो पासे आ। रिश्ते ने रूहां दे ना कट कोई खोर सके। उमरां दे वादे कर जो रब भी ना तोड़ सके। थैंक यू।